ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਰੋਤਾ ਤੇ ਵਕਤਾ ਦੇ ਉੱਪਰ ਵਿਚਾਰ ਕਰਾਂਗੇ ਕਿ ਸਰੋਤਾ ਕਿਸ ਨੂੰ ਕਹਿੰਦੇ ਹਨ ਤੇ ਵਕਤਾ ਕਿਸ ਨੂੰ ਕਹਿੰਦੇ ਹਨ। ਇਹ ਸਰੋਤਾ ਤੇ ਵਕਤਾ ਦੀ ਵਿਚਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸਰਵਣ ਕਰਾਈ ਸੀ। ਸਰੋਤਾ ਦਾ ਅਰਥ ਹੈ ਸੁਣਨ ਵਾਲਾ ਅਤੇ ਵਕਤਾ ਦਾ ਅਰਥ ਹੈ ਸੁਣਾਉਣ ਵਾਲਾ, ਕਥਾ ਕਰਨ ਵਾਲਾ ਜਾਂ ਕਥਾਵਾਚਕ। ਸੱਚ ਨੂੰ ਸਮਝਣ ਵਾਸਤੇ ਸਰੋਤਾ ਬਣ ਕੇ ਸੱਚ ਦਾ ਖੋਜੀ ਹੋਣਾ ਪਵੇਗਾ। ਸੱਚ ਨੂੰ ਸਮਝਣ ਵਾਸਤੇ ਸਾਨੂੰ ਸਰੋਤਾ ਬਣ ਕੇ ਸੱਚ ਦਾ ਖੋਜੀ ਹੋਣਾ ਪਵੇਗਾ। ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਗਿਆਨਵਾਨ ਪੁਰਸ਼ਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਧਿਆਨ ਵਿੱਚ ਨਾਲ ਸੁਣ ਕੇ ਉਸ ਉੱਤੇ ਅਮਲ ਕਰਨਾ ਪਵੇਗਾ ਅਤੇ ਆਪਣੇ ਜੀਵਨ ਦਾ ਆਧਾਰ ਬਣਾਉਣਾ ਪਵੇਗਾ। ਭਾਵ ਕਥਾ ਵਿੱਚ ਸੁਣੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਉੱਤੇ ਹੀ ਪਰਖਣਾ ਪਵੇਗਾ ਅਤੇ ਆਪਣੀ ਸੁਰਤ ਨੂੰ ਗੁਰੂ ਸ਼ਬਦ ਨਾਲ ਸਹਿਮਤ ਕਰਨਾ ਪਵੇਗਾ। ਸੋ ਕਥਾ ਸੁਣਨ ਵਾਲੇ ਸਰੋਤੇ ਦੀ ਹਾਲਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜਾਂ ਇਉਂ ਕਹਿ ਲਵੋ ਕਿ ਉਸ ਨੂੰ ਆਪਣਾ ਜੀਵਨ ਇਸ ਤਰ੍ਹਾਂ ਬਣਾਉਣਾ ਚਾਹੀਦਾ ਜੋ ਅਸੀਂ ਹੁਣ ਸੁਣਿਆ। ਸੋ ਆਓ ਹੁਣ ਆਪਾਂ ਪਹਿਲਾਂ ਵਕਤਾ ਦੀ ਗੱਲ ਕਰਦੇ ਹਾਂ, ਭਾਵ ਕਥਾ ਕਰਨ ਵਾਲੇ ਪ੍ਰਚਾਰਕ ਦੀ ਗੱਲ ਕਰਦੇ ਹਾਂ। ਲੋਕਾਂ ਦੇ ਜੀਵਨ ਨੂੰ ਬਦਲਣ ਵਾਸਤੇ ਤੁਰੇ ਹੋਏ ਗੁਰੂ ਮਾਰਗ ਦੇ ਪਾਂਧੀਆਂ ਅਤੇ ਧਰਮ ਪ੍ਰਚਾਰਕਾਂ ਨੂੰ ਪਹਿਲਾਂ ਆਪਣੇ ਜੀਵਨ ਵਿੱਚ ਉਹਨਾਂ ਵਿਚਾਰਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚਾਰਾਂ ਨੂੰ ਲੈ ਕੇ ਉਹ ਦੂਜਿਆਂ ਦਾ ਜੀਵਨ ਬਦਲਣ ਵਾਸਤੇ ਚੱਲੇ ਹੋਏ ਹਨ। ਉਹ ਆਪਣੇ ਮਨ ਨੂੰ ਸਾਰੇ ਪਾਸਿਆਂ ਤੋਂ ਹੋੜ ਕੇ ਰੱਖਣ ਅਤੇ ਜ਼ਿੰਦਗੀ ਦੇ ਹਰ ਕਦਮ ਨੂੰ ਸਮਝਦਾਰੀ ਨਾਲ ਅੱਗੇ ਪੁੱਟਣ। ਜਿਨ੍ਹਾਂ ਸ਼ਬਦਾਂ ਦੀ ਉਹ ਸਟੇਜ ਉੱਤੇ ਵਰਤੋਂ ਕਰਦੇ ਹਨ, ਉਹਨਾਂ ਬੋਲਾਂ ਦੀ ਉਹਨਾਂ ਦੇ ਜੀਵਨ ਵਿੱਚੋਂ ਝਲਕ ਪੈਣੀ ਚਾਹੀਦੀ ਹੈ। ਉਹ ਮਨ ਕਰਕੇ, ਬਚਨਾਂ ਕਰਕੇ ਅਤੇ ਕਰਮਾਂ ਕਰਕੇ ਸਾਫ ਸੁਥਰੇ ਤੇ ਧਰਮੀ ਰਾਜਿਆਂ ਵਾਂਗ ਰੱਜੇ ਹੋਏ ਅਤੇ ਸਾਦਾ ਸਰੂਪ ਹੋਣ ਅਤੇ ਉੱਚੀ ਸੁਰਤ ਵਾਲੇ ਹੋਣ। ਫੇਰ ਕਿਤੇ ਜਾ ਕੇ ਉਹਨਾਂ ਦੇ ਬੋਲਾਂ ਦੀ ਮਿਠਾਸ ਦੂਜੇ ਦਾ ਜੀਵਨ ਬਦਲਣ ਵਿੱਚ ਸਮਰੱਥ ਹੋਵੇਗੀ। ਜਦੋਂ ਵਕਤੇ ਦੇ 14 ਗੁਣ ਅਤੇ ਸਰੋਤੇ ਦੇ 14 ਗੁਣ ਆਪਸ ਵਿੱਚ ਮਿਲ ਜਾਂਦੇ ਹਨ ਤਾਂ ਕਥਾ ਸੁਣਨ ਦਾ ਆਨੰਦ ਵੱਧ ਜਾਂਦਾ ਹੈ। ਕਥਾ ਦਰਬਾਰ ਵਿੱਚ ਬੈਠਿਆਂ ਉਸ ਵੇਲੇ ਕਥਾ ਕਰਨ ਵਾਲੇ ਦੇ ਅਤੇ ਕਥਾ ਸੁਣਨ ਵਾਲੇ ਦੇ ਹਿਰਦੇ ਵਿੱਚ ਇੱਕ ਖੁਸ਼ੀ ਦਾ ਪ੍ਰਗਟਾਵਾ ਜਿਹਾ ਹੁੰਦਾ ਹੈ ਅਤੇ ਇੱਕ ਅਗੰਮੀ ਧੁਨੀ ਦਾ ਅਹਿਸਾਸ ਵੀ ਹੁੰਦਾ ਹੈ। ਇੱਕ ਇਤਿਹਾਸਕ ਗਾਥਾ ਹੈ ਜੋ ਤਵਾਰੀਖ ਗੁਰੂ ਖਾਲਸਾ ਦੇ ਪੰਨਾ 841 ਅਤੇ 842 ਉੱਤੇ ਸੁਭਾਏਮਾਨ ਹੈ। ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਵਾਰ ਭਾਈ ਤੀਰਥਾ ਜੀ ਅਤੇ ਭਾਈ ਤੁਲਸਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਹੇ ਸਤਿਗੁਰੂ ਜੀ ਦੀਨ ਸਹਾਈ,
करत विचार और कोई भाई, सत संगत में मन ना रहाई, बहु बिध ठौर ठौर को जाई। हे सतगुरु जी दीन दयाला, करत विचार जबै भाई निहाला, रहे सुरत शब्द मन माही, गुर दर्शन को प्यास जगाही। ये पंक्तियां गुरबिलास दियां तां नहीं है, बाहरों हैं, बहुत सुंदर लिखियां हैं। सो इन्हां दा मतलब है कि भाई तीरथा ते भाई तुलसा जी ने श्री गुरु हरगोबिंद साहब जी के चरणों में बेनती की, हे गरीबां ते दुखियां की सहायता करने वाले गुरु जी, जदों कोई होर सिख भरा गुरु शब्द की विचार करता है, भाव कथा करता है, तो साडा मन सत्संग विच नहीं रुकदा, इधर उधर भज्या फिरदा रहिंदा है। हे गरीबां ते दुखियां उपर दया करन वाले गुरु जी, पर जदों भाई निहाल जी गुरु शब्द की विचार करते हैं, भाव कथा विचार करते हैं, तो साडी सुरत शब्द के अर्थां विच खुभ जाती है अते मन शब्द की विचार के नाल नाल चलदा है। उन्हां दे मूहों सुनी हुई शब्द की विचार साडे हिरदे विच गुर परमेश्वर के चरणों की प्यास पैदा करती है। भाव प्रभु के दर्शनों की प्यास इच्छा जाग पैंदी है। जदों भाई तीरथा जी अते भाई तुलसा जी की बेनती सतगुरु जी ने सुनी, तां फिर गुरु जी ने जवाब विच इस तरह कहा, इउं सतगुरु जी बचन कहाहे, 14 गुण होवे जुग माहे, वक्ता सुरता एक होए जाही, तबै आनंद बरसै मन माही। भाव के श्री गुरु हरगोबिंद साहब जी ने अपने बचना विच कहा कि जदों वक्ते दे 14 गुण अते ਸਰੋਤੇ ਦੇ 14 गुण आपस ਵਿੱਚ ਮਿਲ ਜਾਂਦੇ ਹਨ, ਭਾਵ ਇੱਕਮਿਕ ਹੋ ਜਾਂਦੇ ਹਨ, ਤਾਂ ਸੁਣਾਉਣ ਵਾਲਾ ਅਤੇ ਸੁਣਨ ਵਾਲਾ ਇੱਕ ਰੂਪ ਹੋ ਜਾਂਦੇ ਆ, ਤਾਂ ਫਿਰ ਹੀ ਹਿਰਦੇ ਵਿੱਚ ਆਨੰਦ ਦੀ ਵਰਖਾ ਹੁੰਦੀ ਹੈ। ਭਾਵ ਸੁਰਤ ਤੇ ਮਨ ਸੁਣਨ ਤੇ ਸੁਣਾਉਣ ਵਾਲੇ ਵਿੱਚ ਰਸ ਲੈਣ ਲੱਗ ਜਾਂਦੀ ਹੈ। ਸੁਰਤ ਤੇ ਮਨ ਸੁਣਨ ਅਤੇ ਸੁਣਾਉਣ ਵਾਲੇ ਵਿੱਚ ਰਸ ਲੈਣ ਲੱਗ ਜਾਂਦੀ ਹੈ। ਸੋ ਸੰਗਤ ਜੀ, ਜੋ ਆਦਮੀ ਸਭਾ ਜਾਂ ਦੀਵਾਨ ਵਿੱਚ ਕਿਸੇ ਪ੍ਰਕਾਰ ਦੀ ਕਥਾ ਜਾਂ ਕੀਰਤਨ ਦੁਆਰਾ ਵਿਆਖਿਆ ਜਾਂ ਵਿਖਿਆਨ ਕਰੇ, ਉਸ ਦਾ ਨਾਮ ਵਕਤਾ ਹੈ, ਜਾਂ ਫਿਰ ਉਸ ਨੂੰ ਉਪਦੇਸ਼ਕ ਪ੍ਰਚਾਰਕ ਵੀ ਕਿਹਾ ਜਾਂਦਾ ਹੈ। ਉਹੀ ਪੁਰਸ਼ ਠੀਕ ਵਕਤਾ ਹੁੰਦਾ ਹੈ ਜਿਸ ਨੇ ਉਸ ਗ੍ਰੰਥ ਦਾ ਪਹਿਲਾਂ ਆਪ ਅਧਿਐਨ ਕੀਤਾ ਹੋਵੇ, ਜਿਸ ਗ੍ਰੰਥ ਦੀ ਉਹ ਕਥਾ ਜਾਂ ਵਿਖਿਆਨ ਸੁਣਾਉਣ ਲੱਗਿਆ, ਫਿਰ ਉਸ ਉੱਤੇ ਅਮਲ ਵੀ ਕੀਤਾ ਹੋਵੇ, ਕਿਉਂਕਿ ਜਿਸ ਨੇ ਪਹਿਲਾਂ ਆਪ ਕਮਾਈ ਕੀਤੀ ਹੋਵੇ ਫਿਰ ਹੀ ਉਹ ਸਰੋਤਿਆਂ ਨੂੰ ਪ੍ਰਸੰਨ ਕਰ ਸਕਦਾ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਵਾਕ ਹੈ ਕਿ ਪ੍ਰਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ, ਰਾਮ ਨਾਮ ਜਪ ਹਿਰਦੈ ਜਾਪੈ, ਮੁਕਤੇ ਸਗਲ ਸੁਣਾਵੈ। ਪਹਿਲਾਂ ਆਪਣੇ ਮਨ ਨੂੰ ਪ੍ਰਬੋਧੇ ਗਿਆਨ ਦੇਵੇ, ਸਮਝਾਵੇ, ਉਸ ਮੁਤਾਬਕ ਆਪ ਚੱਲੇ, ਪਿੱਛੋਂ ਦੂਜਿਆਂ ਨੂੰ ਸੁਣਾਵੇ। ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਆਪਣੇ ਜੀਵਨ ਨੂੰ ਢਾਲੇ ਤਾਂ ਕਿ ਉਸ ਦੀ ਰਸਨਾ ਦੇ ਵਿੱਚ, ਬੋਲਾਂ ਦੇ ਵਿੱਚ ਪਰਮਾਤਮਾ ਦੀ ਮਿਹਰ ਬਰਸਣ ਲੱਗ ਜਾਵੇ, ਫਿਰ ਉਸ ਮੁਖ ਤੋਂ ਸਾਰਿਆਂ ਨੂੰ ਸੁਣਾਵੇ। ਜੇ ਵਕਤਾ ਨੇ ਇਸ ਪ੍ਰਕਾਰ ਅਮਲ ਕੀਤਾ ਹੋਵੇ ਤਾਂ ਉਸ ਦੇ ਕਥਨ ਦਾ ਦੂਸਰਿਆਂ ਉੱਪਰ ਬਹੁਤ ਅੱਛਾ ਪ੍ਰਭਾਵ ਪੈਂਦਾ ਹੈ ਅਤੇ ਮਲੀਨ ਤੋਂ ਮਲੀਨ ਹਿਰਦੇ ਵੀ ਸਾਫ਼ ਤੇ ਪਵਿੱਤਰ ਹੋ ਜਾਂਦੇ ਆ। ਪਰ ਜਿਸ ਨੇ ਨਿਰਾ ਸੁਣਾਉਣ ਦਾ ਹੀ ਕੰਮ ਸਾਂਭਿਆ ਹੋਵੇ ਅਤੇ ਆਪ ਉਪਦੇਸ਼ ਨੂੰ ਕਮਾਉਂਦਾ ਨਾ ਹੋਵੇ ਤਾਂ ਉਸ ਦਾ ਕਥਨ ਬਿਲਕੁਲ ਹੀ ਅਸਰ ਨਹੀਂ ਕਰਦਾ, ਸਗੋਂ
ਉਹ ਆਪ ਹੀ ਦੰਭ ਤੇ ਪਖੰਡ ਦਾ ਭਾਗੀ ਹੋ ਜਾਂਦਾ ਹੈ। ਜਿਵੇਂ ਸਤਿਗੁਰਾਂ ਜੀ ਦਾ ਬਚਨ ਹੈ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਕਬੀਰ ਜੀ ਦਾ ਵੀ ਬਚਨ ਹੈ, ਕਬੀਰ ਅਵਰੈ ਕੋ ਉਪਦੇਸ ਤੇ ਮੁਖ ਮਹਿ ਪਰ ਹੈ ਰੇਤ, ਰਾਸ ਬਿਗਾਨੀ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਜਿਵੇਂ ਰਖਵਾਲਾ ਦੂਜਿਆਂ ਦੀ ਰਖਵਾਲੀ ਕਰਦਾ ਰਹਿੰਦਾ, ਕਬੀਰ ਜੀ ਕਹਿੰਦੇ ਆ ਕਿ ਜੋ ਲੋਕ ਦੂਸਰਿਆਂ ਨੂੰ ਉਪਦੇਸ਼ ਦਿੰਦੇ ਪਰ ਆਪਣੇ ਜੀਵਨ ਨੂੰ ਨਹੀਂ ਸੰਭਾਲਦੇ, ਤਾਂ ਸਮਝੋ ਇਸ ਤਰ੍ਹਾਂ ਕਿ ਦੂਜੇ ਦੇ ਘਰ ਦੀ ਰੱਖਿਆ ਕਰਦਿਆਂ ਕਰਦਿਆਂ ਆਪ ਦਾ ਖੇਤ ਕੋਈ ਉਜਾੜ ਗਿਆ। ਸੋ ਇਸ ਵਾਸਤੇ ਕਥਨ ਕਰਨ ਵਾਲਾ ਵਕਤਾ ਉਹ ਹੀ ਚਾਹੀਦਾ ਹੈ ਜੋ ਭਜਨੀਕ ਤੇ ਕਮਾਈ ਵਾਲਾ ਪੁਰਸ਼ ਹੋਵੇ। ਉਸ ਵੱਲੋਂ ਕਥਨ ਕਰਕੇ ਸੁਣਾਉਣ ਨਾਲ ਵੱਡਾ ਲਾਭ ਅਤੇ ਪੁੰਨ ਹੁੰਦਾ ਹੈ। ਜਿਵੇਂ ਗੁਰੂ ਜੀ ਦਾ ਵਾਕ ਹੈ ਕਿ ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਉਹਦੀ ਸਿੱਖਿਆ ਦੇ ਨਾਲ ਸਾਰਾ ਸੰਸਾਰ ਤਰ ਜਾਂਦਾ। ਕਿਹਦੀ ਨਾਲ? ਜਿਸ ਦੇ ਹਿਰਦੇ ਦੇ ਵਿੱਚ ਨਿਰੰਕਾਰ ਦਾ ਆਪ ਵਾਸਾ ਹੁੰਦਾ ਹੈ। ਤੀਜੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ। ਸੋ ਇਹੋ ਜਿਹੇ ਵਕਤਿਆਂ ਦੀ ਜਗਤ ਵਿੱਚ ਲੋੜ ਹੈ। ਜਿਵੇਂ ਤਵਾਰਿਖ ਗੁਰੂ ਖਾਲਸਾ ਦੇ ਪੰਨਾ 841 ਉੱਤੇ ਅੰਸ਼ੂ 1 ਤੇ ਭਾਗ 2 ਵਿੱਚ ਲਿਖਿਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਕਤਾ ਤੇ ਸਰੋਤਾਂ ਦੇ 14 ਗੁਣ ਇਸ ਪ੍ਰਕਾਰ ਦੱਸੇ ਹਨ। 14 ਗੁਣ ਵਕਤਾ ਦੇ, 14 ਗੁਣ ਸਰੋਤੇ ਦੇ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਵਾਰਿਖ ਗੁਰੂ ਖਾਲਸਾ ਦੇ ਪੰਨਾ 841 ਅੰਸ਼ੂ 1 ਭਾਗ 2 ਵਿੱਚ ਇਸ ਪ੍ਰਕਾਰ ਦੱਸੇ ਹਨ। ਪਹਿਲਾਂ ਵਕਤਾ ਦੇ ਗੁਣ ਸਰਵਣ ਕਰਦੇ ਹਾਂ ਆਪਾਂ। ਵਕਤਾ ਦੇ 14 ਗੁਣ। ਨੰਬਰ 1, ਰਸੀਲੀ ਤੇ ਸੁਰੀਲੀ ਆਵਾਜ਼ ਹੋਵੇ ਵਕਤਾ ਦੀ, ਕਥਾਵਾਚਕ ਦੀ। ਪ੍ਰਸੰਗ ਦਾ ਵਿਸਥਾਰ ਤੇ ਸੰਖੇਪ ਕਰਨ ਜਾਣਦਾ ਹੋਵੇ। ਨੰਬਰ 3, ਸਮਾਂ ਤੇ ਸਰੋਤਿਆਂ ਦੀ ਰੁਚੀ ਪਛਾਣਦਾ ਹੋਵੇ। ਨੰਬਰ 4, ਕਥਾ ਦੇ ਰੂਪਕ ਅਲੰਕਾਰ ਬੰਨਣ ਜਾਣਦਾ ਹੋਵੇ। ਨੰਬਰ 5, ਸਤ ਪ੍ਰਤਿਗਿਆ ਹੋਵੇ। ਨੰਬਰ 6, ਜਿਤੇਂਦਰ ਤੇ ਧੀਰਜਵਾਨ ਹੋਵੇ। ਨੰਬਰ 7, ਕਰਮ ਤੇ ਉਪਾਸਨਾ ਗਿਆਨ ਦੇ ਅੰਦਰ ਕਥਨ ਕਰਦਾ ਹੋਵੇ। ਨੰਬਰ 8, ਸ਼ਬਦ ਦਾ ਸਿਧਾਂਤ ਕਥਨ ਕਰਨ ਜਾਣਦਾ ਹੋਵੇ। ਨੰਬਰ 9, ਨਿਰਲੋਭੀ, ਸੰਤੋਖੀ ਤੇ ਉਦਾਰ ਚਿੱਤ ਹੋਵੇ। ਨੰਬਰ 10, ਸ਼ਬਦ ਦੇ ਆਸ਼ੇ ਅਨੁਸਾਰ ਦ੍ਰਿਸ਼ਟਾਂਤ ਤੇ ਪ੍ਰਮਾਣ ਦੇਣ ਜਾਣਦਾ ਹੋਵੇ। ਨੰਬਰ 11, 6 ਪ੍ਰਕਾਰ ਦੇ ਸੰਦੇਹ ਛੇਦ ਕਰਕੇ ਸਰੋਤੇ ਨੂੰ ਨਿਰਸੰਸੇ ਪ੍ਰਸੰਨ ਕਰੇ। ਨੰਬਰ 12, ਸਾਰੇ ਮਤਾਂ ਤੇ ਮਜ਼੍ਹਬਾਂ ਦਾ ਗਿਆਤਾ ਹੋਵੇ। ਨੰਬਰ 13, ਸੁਦਾ ਸਰਲ ਤੇ ਅਚਲ ਬੈਠੇ। ਨੰਬਰ 14, ਜੋ ਕਰੇ ਸੋ ਕਮਾਵੇ ਅਤੇ ਪ੍ਰਤੀ ਏਕ ਸਰੋਤਾ ਵੱਲ ਸਮਦ੍ਰਿਸ਼ਟੀ ਰੱਖੇ। ਇਹ 14 ਗੁਣ ਵਕਤੇ ਦੇ ਵਿੱਚ ਹੋਣੇ ਚਾਹੀਦੇ, ਕਥਾਵਾਚਕ ਗਿਆਨੀ ਪ੍ਰਚਾਰਕ ਦੇ ਵਿੱਚ ਹੋਣੇ ਚਾਹੀਦੇ ਆ। ਸੋ ਇਹ 14 ਗੱਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੱਸੀਆਂ। ਹੁਣ ਆਪਾਂ ਇਹਨਾਂ ਦੀ ਇੱਕ ਇੱਕ ਕਰਕੇ ਥੋੜ੍ਹੀ ਜਿਹੀ ਵਿਸਥਾਰ ਨਾਲ ਗੱਲ ਕਰਦੇ ਹਾਂ। ਨੰਬਰ 1 ਤੇ ਸੀ ਜੋ ਕਿ ਰਸੀਲੀ ਤੇ ਮਿੱਠੀ ਆਵਾਜ਼ ਹੋਣੀ ਚਾਹੀਦੀ ਹੈ। ਨੰਬਰ 1, ਵਕਤੇ ਦੀ ਆਵਾਜ਼ ਵਿੱਚ ਗੁਰੂ ਸ਼ਬਦ ਦੇ ਵਿਚਾਰ ਦੀ ਮਿਠਾਸ ਤੇ ਰਸ ਭਰਿਆ ਹੋਵੇ। ਉਸ ਦੀ ਆਵਾਜ਼ ਮਨ ਨੂੰ ਮੋਹ ਲੈਣ ਵਾਲੀ ਹੋਵੇ, ਜੋ ਸਰੋਤੇ ਦੇ ਮਨ ਨੂੰ ਗੁਰੂ ਸ਼ਬਦ ਦੇ ਪਿਆਰ ਦੀ ਖਿੱਚ ਪਾਵੇ।
ਸਰੋਤੇ ਦੀ ਆਵਾਜ਼ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਵਕਤੇ ਦੀ ਆਵਾਜ਼ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਕਿ ਸਰੋਤੇ ਨੂੰ ਲੱਗੇ ਕਿ ਵਕਤਾ ਸਾਡੇ ਨਾਲ ਲੜਾਈ ਕਰ ਰਿਹਾ। ਅਸੀਂ ਅੱਜ ਕੱਲ੍ਹ ਦੇਖਦੇ ਨਾ ਬੜੇ ਕਥਾਵਾਚਕਾਂ ਨੂੰ ਇੰਨਾ ਤਿੱਖਾ ਤੇਜ਼ ਤੇ ਹਾਈਪਰ ਹੋ ਕੇ ਬੋਲਦੇ, ਉਂਗਲਾਂ ਕਰ ਕਰਕੇ ਸਾਹਮਣੇ ਵਾਲਿਆਂ ਕੰਨੀ ਵੀ ਜਿਵੇਂ ਲੱਗਦਾ ਹੁੰਦਾ ਵੀ ਲੜ ਹੀ ਰਹੇ ਆ। ਮੈਨੂੰ ਵੀ ਹਾਂਗਕਾਂਗ ਨਵੇਂ ਖੂਨ ਨਵੇਂ ਜਨਰੇਸ਼ਨ ਨੇ ਬੜੀ ਵਾਰੀ ਬਹੁਤ ਕਹਿੰਦੇ ਹੁੰਦੇ ਸੀ, ਹੋਰ ਵੀ ਕਿਤੇ ਜਾਂਦਾ ਸੀ ਕੈਨੇਡਾ ਵਗੈਰਾ, ਸਾਰੀ ਨਵੀਂ ਜਨਰੇਸ਼ਨ ਜਿਹੜੀ ਹੈਗੀ ਉਹ ਇਹੋ ਗੱਲ ਕਹਿੰਦੀ ਸੀ ਜੀ ਗੁਰਦੁਆਰੇ ਜਾਂਦੇ ਹਾਂ, ਉੱਥੇ ਜਿਹੜੇ ਕਥਾ ਕਰਦੇ ਇੰਨੇ ਤਿੱਖੇ ਬੋਲਦੇ, ਐਂ ਲੱਗਦਾ ਜਿਵੇਂ ਲੜਾਈ ਕਰੀ ਜਾਂਦੇ ਹੁੰਦੇ ਆ ਸਾਡੇ ਨਾਲ। ਸੋ ਇਸ ਤਰ੍ਹਾਂ ਵਕਤੇ ਦੀ ਆਵਾਜ਼ ਨਹੀਂ ਹੋਣੀ ਚਾਹੀਦੀ। ਵਕਤੇ ਦੀ ਆਵਾਜ਼ ਮਿੱਠੀ, ਰਸਦਾਇਕ ਤੇ ਬੜੀ ਹੀ ਸਹਿਜਤਾ ਵਾਲੀ ਹੋਣੀ ਚਾਹੀਦੀ ਆ। ਨੰਬਰ ਦੂਜਾ ਗੁਣ ਹੈ ਕਿ ਉਹ ਪ੍ਰਸੰਗ ਦਾ ਵਿਸਥਾਰ ਤੇ ਸੰਖੇਪ ਕਰਨ ਜਾਣਦਾ ਹੋਵੇ। ਮਤਲਬ ਕਿ ਵਿਸਥਾਰ ਤੋਂ ਭਾਵ ਸਮੇਂ ਅਨੁਸਾਰ ਛੋਟੀ ਵਿਚਾਰ ਨੂੰ ਵੱਡੀ ਤੇ ਲੰਮੀ ਕਰ ਸਕਦਾ ਹੋਵੇ। ਤੇ ਸੰਖੇਪ ਦਾ ਮਤਲਬ ਹੈ ਕਿ ਵੱਡੀ ਵਿਚਾਰ ਨੂੰ ਛੋਟੀ ਕਰ ਸਕਦਾ ਹੋਵੇ। ਉਸ ਨੂੰ ਜਿੰਨਾ ਟਾਈਮ ਮਿਲਿਆ ਉਹ ਸੁਣਾਉਣਾ ਬਹੁਤ ਕੁਝ ਜਾਣਦਾ, ਪਰ ਟਾਈਮ ਥੋੜ੍ਹਾ ਉਹਦੇ ਕੋਲੇ, ਤਾਂ ਉਹ ਇਸ ਵਿੱਚ ਨਿਪੁੰਨ ਹੋਵੇ ਕਿ ਬਹੁਤ ਸਾਰੀ ਵੱਡੀ ਵਿਚਾਰ ਨੂੰ ਉਹ ਥੋੜ੍ਹੇ ਸ਼ਬਦਾਂ ਵਿੱਚ ਆਪਣੇ ਟਾਈਮ ਮੁਤਾਬਕ ਕਹਿ ਸਕਦਾ ਹੋਵੇ। ਜੇ ਉਸ ਕੋਲੇ ਵਿਚਾਰ ਛੋਟੀ ਹੈ, ਉਸ ਦੀ ਤਿਆਰੀ ਛੋਟੀ ਹੈ, ਪਰ ਉਹਦੇ ਕੋਲ ਸਮਾਂ ਜ਼ਿਆਦਾ, ਉਹ ਤਿਆਰੀ ਛੋਟੀ ਕਰਕੇ ਆਇਆ ਸੀ, ਤਾਂ ਉਹ ਉਸੇ ਵਿਚਾਰ ਨੂੰ ਵਿਸਥਾਰਪੂਰਵਕ ਲੰਬੀ ਕਰ ਸਕਦਾ ਹੋਵੇ। ਇਹੋ ਵਕਤੇ ਦਾ ਇੱਕ ਦੂਜੇ ਨੰਬਰ ਦਾ ਗੁਣ ਇਹ ਵੀ ਹੋਣਾ ਚਾਹੀਦਾ ਉਹਦੇ ਵਿੱਚ। ਕਈ ਵਾਰੀ ਤਿਆਰੀ ਵੱਡੀ ਕੀਤੀ ਹੁੰਦੀ, ਟਾਈਮ ਛੋਟਾ ਮਿਲਦਾ, ਤਾਂ ਦੇਖਦੇ ਹਾਂ ਕਿ ਪ੍ਰਚਾਰਕ, ਵਕਤਾ ਜਾਂ ਕਥਾਵਾਚਕ ਆਪਣੀ ਗੱਲ ਨੂੰ, ਆਪਣੀ ਮੈਟਰ ਨੂੰ ਪੂਰਾ ਕਰਨ ਵਾਸਤੇ 10-15 ਮਿੰਟ ਉੱਤੇ ਲੈ ਜਾਂਦਾ, ਕਿਉਂਕਿ ਉਹਨੇ ਤਿਆਰੀ ਉਹਨੇ ਕੀਤੀ ਹੁੰਦੀ, ਉਹਨੂੰ ਸ਼ਾਰਟ ਨਹੀਂ ਕਰਨਾ ਆਉਂਦਾ। ਉਹ 15 ਮਿੰਟਾਂ ਨੂੰ 25 ਮਿੰਟਾਂ 'ਤੇ ਲੈ ਜਾਂਦਾ। ਨਹੀਂ, ਪਰਫੈਕਟ ਵਕਤਾ ਉਹ ਹੈ, ਉਹ ਪ੍ਰਚਾਰਕ ਹੈ ਜੋ ਸਮੇਂ ਅਨੁਸਾਰ ਲੰਬੀ ਵਿਚਾਰ ਨੂੰ ਛੋਟੀ ਕਰ ਸਕਦਾ ਹੋਵੇ, ਛੋਟੀ ਨੂੰ ਲੰਬੀ ਕਰ ਸਕਦਾ ਹੋਵੇ। ਨੰਬਰ 3 ਦਾ ਜੋ ਸੀਗਾ ਗੁਣ, ਸਮਾਂ ਤੇ ਸਰੋਤਿਆਂ ਦੀ ਰੁਚੀ ਪਛਾਣਦਾ ਹੋਵੇ। ਵਕਤਾ ਜਿਹੜਾ ਵਕਤਾ ਹੈ ਉਹ ਸਮਾਂ ਤੇ ਸਰੋਤਿਆਂ ਦੀ ਰੁਚੀ ਨੂੰ ਪਛਾਣਦਾ ਹੋਵੇ, ਜਿਸ ਦਾ ਮਤਲਬ ਹੈ ਕਿ ਸਭਾ ਜਾਂ ਦੀਵਾਨ ਵਿੱਚ ਮੌਕੇ ਦੇ ਮਾਹੌਲ ਨੂੰ ਪਛਾਣਦਾ ਹੋਵੇ, ਸੰਗਤ ਵਿੱਚ ਬੈਠੇ ਸਰੋਤਿਆਂ ਦੇ ਵਿਚਾਰਾਂ ਨੂੰ ਪਛਾਣੇ, ਭਾਵ ਉਹ ਕੀ ਸੁਣਨਾ ਚਾਹੁੰਦੇ ਹਨ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਪਾਰਬ੍ਰਹਮ ਪਰਮੇਸ਼ਰ ਅਤੇ ਗੁਰਪਰਮੇਸ਼ਰ ਦੀ ਮਹਿਮਾ ਗਾਇਨ ਕਰਨੀ, ਜਾਂ ਜਿਸ ਵਿਸ਼ੇ ਉੱਤੇ ਕਥਾ ਵਿਚਾਰ ਹੋ ਰਹੀ ਹੈ ਉਸ ਵਿਸ਼ੇ ਦੇ ਸ਼ਬਦਾਂ ਦਾ ਗਾਇਨ ਕਰਨਾ, ਇਹ ਰੁਚੀ ਹੁੰਦੀ ਹੈ। ਸੋ ਰੁਚੀ ਨੂੰ ਪਛਾਣੇ ਕਿ ਸੰਗਤ ਕੀ ਸੁਣਨਾ ਚਾਹੁੰਦੀ ਹੈ। ਨੰਬਰ 4 ਵਾਲਾ ਜਿਹੜਾ ਗੁਣ ਹੈ, ਕਥਾ ਦੇ ਰੂਪਕ ਅਲੰਕਾਰ ਬੰਨਣ ਜਾਣਦਾ ਹੋਵੇ। ਵਕਤਾ ਕਥਾ ਦੇ ਰੂਪਕ ਅਲੰਕਾਰ ਬੰਨਣ ਜਾਣਦਾ ਹੋਵੇ। ਮਤਲਬ ਰੂਪਕ ਅਲੰਕਾਰ ਦਾ ਅਰਥ ਹੈ ਕਿ ਬਿਨਾਂ ਨਿਸ਼ੇਧ ਕੀਤਿਆਂ, ਬਿਨਾਂ ਨਿਸ਼ੇਧ ਕੀਤਿਆਂ ਭਾਵ ਕਿ ਜਿਹਾ ਤਿਹਾ, ਭਾਵ ਇਹੋ ਜਿਹਾ, ਉਹੋ ਜਿਹਾ, ਇਹਨਾਂ ਸ਼ਬਦਾਂ ਦੀ ਵਰਤੋਂ ਨਾ ਕਰੇ। ਪਰਮੇਸ਼ਰ ਦੇ ਉਪਮਾਨ ਤੇ ਉਪਮਾ ਨੂੰ ਇੱਕੋ ਰੂਪ ਠਹਿਰਾਉਣਾ, ਇਹ ਵੀ ਕਥਾਵਾਚਕ ਵਿੱਚ, ਵਕਤੇ ਵਿੱਚ ਗੁਣ ਹੋਣਾ ਚਾਹੀਦਾ। ਅਲੰਕਾਰ ਦੇ ਉਂਝ ਤਾਂ 2 ਮੁੱਖ ਭੇਦ ਹੁੰਦੇ ਹਨ, ਇੱਕ ਤਦ ਰੂਪਕ ਤੇ ਦੂਜਾ ਭੇਦ ਰੂਪਕ। ਜਿਹੜਾ ਤਦ ਰੂਪਕ ਵਿਚਾਰ ਹੁੰਦਾ ਨਾ, ਅਲੰਕਾਰ ਦਾ ਜਿਹੜਾ ਮੁੱਖ ਤਦ ਰੂਪਕ ਮੁੱਖ ਹੁੰਦਾ ਹੈ ਕਿ ਇਸ ਵਿੱਚ ਅਸੀਂ ਜਿਹਾ ਤਿਹਾ ਰੂਪ ਜਾਂ ਉਹੋ ਜਿਹਾ ਰੂਪ, ਇਹਨਾਂ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਕਮਲ ਜਿਹੇ ਨੇਤਰ, ਚੰਦਰਮਾ ਜਿਹਾ ਮੁੱਖ, ਇਸ ਤਰ੍ਹਾਂ। ਪਰ ਉਹ ਸਿਧਾਂਤ ਦੇ ਮੁਤਾਬਕ ਦੇਖੇ ਕਿ ਇੱਥੇ ਜਿਹਾ ਤਿਹਾ, ਇੱਥੇ ਤਦ ਰੂਪਕ ਅਲੰਕਾਰ ਕਰ ਸਕਦੇ ਜਾਂ ਨਹੀਂ ਕਰ ਸਕਦੇ।
ਸੋ ਇੱਕ ਅਭੇਦ ਰੂਪ ਕੁੰਦ ਹੈ ਜਿਸ ਨੂੰ ਅਭਿੰਨ ਵੀ ਕਹਿੰਦੇ, ਭਾਵ ਉਪਮਾ ਤੇ ਉਪਮਾਨ ਵਿੱਚ ਭੇਦ ਨਹੀਂ ਹੈ। ਇੱਥੇ ਨੇਤਰ ਕਮਲ ਤੇ ਚੰਦਰਮੁਖ ਵਿੱਚ ਜੇਹਾ ਤੇਹਾ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਹੁੰਦੀ, ਕਿਉਂਕਿ ਇੱਥੇ ਬ੍ਰਹਮ ਨੂੰ ਅਭੇਦ ਰੂਪ ਸਿੱਧ ਕਰਦੇ ਹਾਂ। ਸੋ ਨੰਬਰ 5 ਤੇ ਪੰਜਵਾਂ ਗੁਣ ਜਿਵੇਂ ਦੱਸਿਆ ਸੀ ਗੁਰੂ ਜੀ ਨੇ, ਉਹਨੂੰ ਆਪਾਂ ਥੋੜ੍ਹਾ ਜਿਹਾ ਵਿਸਥਾਰ ਪੂਰਵਕ ਦੱਸ ਰਹੇ ਹਾਂ। ਸਤ ਪ੍ਰਤਿਗਿਆ ਹੋਵੇ, ਵਕਤਾ ਸਤ ਪ੍ਰਤਿਗਿਆ ਹੋਵੇ, ਭਾਵ ਬਚਨਾਂ ਵਿੱਚ ਪੂਰਾ ਉਤਰਦਾ ਹੋਵੇ, ਮੂੰਹ ਕਰਕੇ ਸੱਚ ਬੋਲੇ ਤੇ ਆਪਣੇ ਬੋਲਾਂ ਨੂੰ ਪੂਰਾ ਕਰੇ। ਨੰਬਰ 6 ਵਾਲਾ ਗੁਣ ਜੈਤੇਂਦਰ ਤੇ ਧੀਰਜਵਾਨ ਹੋਵੇ। ਜੈਤੇਂਦਰ ਦਾ ਮਤਲਬ ਹੋ ਗਿਆ ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਰੱਖਣ ਵਾਲਾ। ਜਿਵੇਂ ਅੱਖਾਂ ਨਾਲ ਸੁੰਦਰ ਰੂਪ ਦੇਖ ਕੇ ਨਾ ਡੋਲੇ, ਮੂੰਹ ਨਾਲ ਬੁਰਾ ਨਾ ਬੋਲੇ, ਕੰਨਾਂ ਨਾਲ ਬੁਰਾ ਨਾ ਸੁਣੇ, ਨੱਕ ਕਰਕੇ ਵਿਕਾਰੀ ਵਾਸ਼ਨਾਵਾਂ ਤੋਂ ਬਚੇ, ਹੱਥਾਂ ਤੇ ਪੈਰਾਂ ਕਰਕੇ ਬੁਰੇ ਪਾਸੇ ਨਾ ਜਾਣ ਦੇਵੇ ਆਪਣੇ ਆਪ ਨੂੰ, ਲਿੰਗ ਇੰਦਰੀ ਨੂੰ ਆਪਣੀ ਇਸਤਰੀ ਦੇ ਸੱਤ ਵਿੱਚ ਰੱਖੇ, ਧੀਰਜ ਰੱਖ ਕੇ ਹਰ ਇੱਕ ਦੀ ਗੱਲ ਨੂੰ ਸੁਣੇ ਤੇ ਮਨ ਵਿੱਚ ਵਿਚਾਰ ਕਰਕੇ ਬੋਲੇ। ਧੀਰਜਵਾਨ ਮਤਲਬ ਧੀਰਜ ਰੱਖ ਕੇ ਹਰ ਇੱਕ ਗੱਲ ਨੂੰ ਸੁਣੇ ਤੇ ਮਨ ਵਿੱਚ ਵਿਚਾਰ ਕਰਕੇ ਬੋਲੇ। ਹੁਣ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਅਸੀਂ ਕਿਸੇ ਨੂੰ ਕੋਈ ਸਵਾਲ ਕਰ ਦਈਏ, ਪ੍ਰਚਾਰਕ ਨੂੰ, ਵਕਤੇ ਨੂੰ, ਕਥਾਵਾਚਕ ਨੂੰ, ਤਾਂ ਉਹ ਧੀਰਜ ਰੱਖ ਕੇ ਸਾਡੀ ਗੱਲ ਪਹਿਲੀ ਗੱਲ ਸੁਣਦਾ ਹੀ ਨਹੀਂ ਗਾ। ਜੇ ਸੁਣ ਲੂਗਾ ਤਾਂ ਉਹਦੇ ਬੋਲਣ ਵਿੱਚ ਧੀਰਜ ਨਹੀਂ ਹੁੰਦਾ। ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ 6ਵਾਂ ਗੁਣ ਵਕਤੇ ਦਾ ਇਹ ਹੋਣਾ ਚਾਹੀਦਾ ਕਿ ਉਹ ਇੰਦਰੀਆਂ ਦਾ ਵਿਜੇਤਾ ਹੋਵੇ ਤੇ ਧੀਰਜਵਾਨ ਹੋਵੇ। ਨੰਬਰ 7 ਕਰਮ ਉਪਾਸਨਾ ਗਿਆਨ ਦੇ ਅੰਦਰ ਕਥਨ ਕਰਦਾ ਹੋਵੇ। ਇਸ ਦਾ ਮਤਲਬ ਭਾਵ ਉੱਠਣ ਬੈਠਣ, ਗੱਲ ਕਰਨ ਦਾ ਤੇ ਧੀਰਜਵਾਨ ਹੋਣ ਦਾ ਗਿਆਨ ਕਥਨ ਕਰੇ। ਸੇਵਾ ਟਹਿਲ ਭਗਤੀ ਤੇ ਪੂਜਾ ਦੀ ਜਾਣਕਾਰੀ ਕਥਨ ਕਰੇ। ਉਪਾਸਨਾ ਹੋ ਗਈ ਕਰਮ ਉਪਾਸਨਾ, ਮਤਲਬ ਸਾਨੂੰ ਸਿੱਖਿਆ ਦੇਵੇ, ਸੇਵਾ ਕਰਨੀ ਚਾਹੀਦੀ ਹੈ ਜੋ ਬੋਲ ਰਿਹਾ। ਟਹਿਲ ਸੇਵਾ ਟਹਿਲ ਕਰਨੀ, ਭਗਤੀ ਕਰਨੀ, ਗੁਰੂ ਦੀ ਪੂਜਾ ਕਰਨੀ ਦੀ ਜਾਣਕਾਰੀ ਕਥਨ ਕਰੇ ਆਪਣੇ ਵਿਚਾਰਾਂ ਦੇ ਵਿੱਚ, ਆਪਣੇ ਗਿਆਨ ਦੇ ਅੰਦਰ। ਕਰਮ ਉਪਾਸਨਾ ਦੀ ਗੱਲ ਕਰੇ, ਇਸ ਨੂੰ ਕਰਮ ਉਪਾਸਨਾ ਕਹਿੰਦੇ ਆ। ਇੱਕ ਸਿਮਰਨ ਹੁੰਦਾ, ਸਿਮਰਨ ਤੋਂ ਇੱਕ ਹੋਰ ਵੀ ਭਗਤੀ ਹੁੰਦੀ, ਸੇਵਾ ਵੀ ਭਗਤੀ ਹੈ, ਪੂਜਾ ਵੀ ਭਗਤੀ ਹੈ। ਜਿੱਥੇ ਸਿਮਰਨ ਨਹੀਂ ਹੁੰਦਾ ਸਿਰਫ ਸੇਵਾ ਹੁੰਦੀ ਹੈ, ਸਿਰਫ ਭਗਤੀ ਪੂਜਾ ਹੁੰਦੀ ਹੈ। ਇਸ ਤਰ੍ਹਾਂ ਉਹ ਸਮਝਾਵੇ ਕਿ ਇਹ ਵੀ ਸਾਰੀਆਂ ਨੌਦਾ ਭਗਤੀ ਦੇ ਵਿੱਚ ਆਈਆਂ, ਇਹ ਵੀ ਭਗਤੀਆਂ ਸਾਰੀਆਂ। ਨੰਬਰ 8 ਸ਼ਬਦ ਦਾ ਸਿਧਾਂਤ ਕਰਨ ਜਾਣਦਾ ਹੋਵੇ। ਸ਼ਬਦ ਦਾ ਸਿਧਾਂਤ ਕਰਨ ਜਾਣਦਾ ਹੋਵੇ ਮਤਲਬ ਵਿਚਾਰ ਨੂੰ ਵਿਵਾਦ ਵਿੱਚ ਨਾ ਪਾਵੇ ਅਤੇ ਵਿਦਵਾਨਾਂ ਵੱਲੋਂ ਅੰਤ ਵਾਲੀ ਸਿੱਧ ਕੀਤੀ ਗੱਲ ਨੂੰ ਕਹਿ ਸੁਣਾਵੇ, ਭਾਵ ਜਲਦੀ ਹੀ ਸਹੀ ਨਤੀਜੇ ਉੱਤੇ ਪਹੁੰਚ ਜੇ, ਗੱਲ ਨੂੰ ਲੰਬੀ ਨਾ ਖਿੱਚੇ, ਵਿਵਾਦ ਵਿੱਚ ਨਾ ਲੈ ਕੇ ਜਾਵੇ। ਸ਼ਬਦ ਸਿਧਾਂਤ ਦਾ ਅਰਥ ਹੈ ਕਿ ਉਹ ਇਹ ਜਾਣਦਾ ਹੋਵੇ ਕਿ ਗੁਰਬਾਣੀ ਦਾ ਕਿਹੜਾ ਸ਼ਬਦ ਕਦੋਂ, ਕਿੱਥੇ ਤੇ ਕਿਉਂ ਉਚਾਰਨ ਕੀਤਾ ਗਿਆ ਹੈ। ਜਿਵੇਂ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ, ਇਹ ਵਾਰ ਸ਼ਲੋਕ ਮਹੱਲਾ ਪਹਿਲਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵਿੱਚ ਅੱਗੇ ਜਾ ਕੇ ਮਹੱਲਾ ਤੀਜੇ ਦੇ ਸ਼ਲੋਕ ਵੀ ਆਉਂਦੇ ਹਨ, ਪਰ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ। ਕਿਸੇ ਵੀ ਵਾਰ ਦਾ ਸਿਰਲੇਖ ਜਿਸ ਗੁਰੂ ਸਾਹਿਬਾਨ ਦੇ ਨਾਮ ਹੇਠ ਹੋਵੇ, ਪੌੜੀਆਂ ਉਸੇ ਗੁਰੂ ਦੀਆਂ ਹੀ ਹੁੰਦੀਆਂ ਹਨ। ਜਿਵੇਂ ਸੋਠ ਦੀ ਵਾਰ ਦਾ ਸਿਰਲੇਖ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਹੇਠ ਹੈ, ਇਸ ਲਈ ਇਸ ਵਿੱਚ ਸਾਰੀਆਂ ਪੌੜੀਆਂ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਹਨ। ਮਹੱਲੇ ਭਾਵੇਂ ਕਿਸੇ ਵੀ ਗੁਰੂ ਜੀ ਦੇ ਹੋਣ, ਇਹਨੂੰ ਸਿਧਾਂਤ ਕਹਿੰਦੇ ਆ। ਕਿ ਉਹਦਾ ਸਿਧਾਂਤ ਕੀ ਹੈ ਵਾਰ ਦਾ। ਕਈ ਵਾਰੀ ਮਨ ਵਿੱਚ ਸ਼ੁਰੂ 'ਚ ਜਦੋਂ ਮੈਂ ਇੱਥੇ ਬੈਠਾ ਸੀ ਪੜ੍ਹਨ, ਬਾਣੀ ਪੜ੍ਹਨ ਬੈਠਾ, ਸਮਝਣ ਤੋਂ ਪਹਿਲਾਂ ਤੇ ਮੈਨੂੰ ਐਂ ਲੱਗਦਾ ਉੱਤੇ ਮਹੱਲਾ ਚੌਥਾ ਲਿਖਿਆ, ਚੌਥੇ ਦੀ ਵਾਰ ਲਿਖੀ ਹੋਈ ਹੈ, ਥੱਲੇ ਸ਼ਲੋਕ ਮਹੱਲਾ ਪਹਿਲਾਂ ਕਿਉਂ। ਪਰ ਜਦੋਂ ਅੱਗੋਂ ਜਿਵੇਂ ਜਿਵੇਂ ਸਮਝ ਆਉਂਦੀ ਗਈ ਤਾਂ ਮਨ ਨੂੰ ਵੀ ਸਮਝ ਪੈ ਗਈ ਕਿ ਨਹੀਂ, ਇਸੇ ਨੂੰ ਸਿਧਾਂਤ ਕਹਿੰਦੇ ਆ। ਨੰਬਰ 9 ਨਿਰਲੋਭੀ ਸੰਤੋਖੀ ਤੇ ਉਦਾਰ ਚਿੱਤ ਹੋਵੇ। ਵਕਤਾ ਨਿਰਲੋਭੀ ਸੰਤੋਖੀ ਤੇ ਉਦਾਰ ਚਿੱਤ ਹੋਵੇ
ਮਤਲਬ ਵਕਤਾ ਲੋਭ ਰਹਿਤ ਹੋਵੇ, ਸਬਰ ਤੇ ਸੰਤੋਖ ਵਾਲਾ ਹੋਵੇ, ਰਾਜਿਆਂ ਵਾਂਗ ਰੱਜੀ ਰੂਹ ਵਾਲਾ ਹੋਵੇ, ਬਿਰਤੀ ਰੱਜੀ ਬਿਰਤੀ ਵਾਲਾ ਹੋਵੇ। ਨੰਬਰ 10, ਸ਼ਬਦ ਦੇ ਆਸੇ ਅਨੁਸਾਰ ਦ੍ਰਿਸ਼ਟਾਂਤ ਤੇ ਪ੍ਰਮਾਣ ਦੇਵੇ। 10ਵਾਂ ਗੁਣ ਵਕਤੇ ਦਾ ਸ਼ਬਦ ਦੇ ਆਸ਼ੇ ਅਨੁਸਾਰ ਦ੍ਰਿਸ਼ਟਾਂਤ ਤੇ ਪ੍ਰਮਾਣ ਦੇਵੇ। ਭਾਵ ਕਿ ਜੋ ਸ਼ਬਦ ਦੀ ਵਿਚਾਰ ਜਾਂ ਸਮਾਗਮ ਦੇ ਮੁਤਾਬਕ ਵਿਚਾਰ ਚੱਲ ਰਹੀ ਹੈ ਤਾਂ ਉਸ ਦੇ ਮੁਤਾਬਕ ਹੀ ਗੁਰ ਇਤਿਹਾਸ ਵਿੱਚੋਂ ਜਾਂ ਹੋਰ ਕਿਸੇ ਵੀ ਧਾਰਮਿਕ ਗ੍ਰੰਥ ਵਿੱਚੋਂ ਕੋਈ ਵੀ ਸਾਖੀ ਜਾਂ ਵਾਰਤਾ ਨੂੰ ਕਹਿ ਕੇ ਸੁਣਾਵੇ। ਸ਼ਬਦ ਦੇ ਆਸ਼ੇ ਅਨੁਸਾਰ ਜੇ ਗੁਰਬਾਣੀ ਦੀ ਕਥਾ ਕਰਦਾ ਹੈ ਤਾਂ ਉਸ ਵਿੱਚ ਜਿਹੜੀ ਪੰਕਤੀ ਦੇ ਅਰਥ ਕਰ ਰਿਹਾ, ਵਿਚਾਰ ਕਰ ਰਿਹਾ, ਉਸ ਦੇ ਆਸ਼ੇ ਅਨੁਸਾਰ ਕੋਈ ਸਾਖੀ ਲਾ ਕੇ ਕੋਈ ਪ੍ਰਮਾਣ ਦੇਵੇ ਉਸ ਦੇ ਮੁਤਾਬਕ, ਉਸ ਤੋਂ ਬਾਹਰ ਨਹੀਂ। ਵਕਤੇ ਦਾ 11ਵਾਂ ਗੁਣ ਸੀ 6 ਪ੍ਰਕਾਰ ਦੇ ਸੰਦੇਹ ਛੇਦ ਕਰਕੇ ਸਰੋਤੇ ਨੂੰ ਨਿਰਸੰਸ਼ੇ ਪ੍ਰਸੰਨ ਕਰੇ। ਭਾਵ ਕਿ ਸੰਦੇਹ ਦਾ ਅਰਥ ਹੈ ਸ਼ੰਕਾ, ਸ਼ੱਕ। ਜਿਵੇਂ ਕਿਸੇ ਪਦਾਰਥ ਨੂੰ ਦੇਖ ਕੇ ਉਸ ਦੀ ਅਸਲੀਅਤ ਨਾ ਪਛਾਣੀ ਜਾਏ ਅਤੇ ਸ਼ੰਕਾ ਬਣਿਆ ਰਹੇ, ਇਸੇ ਤਰ੍ਹਾਂ ਸਰੋਤੇ ਦੇ ਮਨ ਵਿੱਚ ਡੂੰਘੀ ਵਿਚਾਰ ਵਾਲੀ ਕਥਾ ਸੁਣ ਕੇ ਕੁਝ ਪ੍ਰਸ਼ਨ ਪੈਦਾ ਹੁੰਦੇ ਹਨ ਅਤੇ ਉਹ ਆਪਣੇ ਸੰਸ਼ਿਆਂ ਵਾਲੇ ਪ੍ਰਸ਼ਨ ਕਥਾਵਾਚਕ ਨੂੰ ਕਰਦਾ ਹੈ। ਜੋ ਉਹਦੇ ਅੰਦਰ ਸੰਸ਼ੇ ਹੁੰਦੇ ਆ ਸਰੋਤੇ ਦੇ, ਫਿਰ ਉਹਨਾਂ ਸੰਸ਼ਿਆਂ ਦਾ ਪ੍ਰਸ਼ਨ ਕਥਾਵਾਚਕ ਅੱਗੇ ਕਰਦਾ ਉਹ, ਅਤੇ ਫਿਰ ਵਕਤਾ ਉਸ ਦੇ ਸੰਸ਼ਿਆਂ ਨੂੰ, ਕਥਾਵਾਚਕ ਉਸ ਦੇ ਸੰਸ਼ਿਆਂ ਨੂੰ ਛੇਦ ਕਰੇ, ਭਾਵ ਉਸ ਦੇ ਸੰਸ਼ੇ ਤੋੜੇ, ਭਾਵ ਸਹੀ ਜਵਾਬ ਦੇ ਕੇ ਉਸ ਦੇ ਸੰਸ਼ੇ ਨੂੰ ਦੂਰ ਕਰੇ। ਉਂਝ ਤਾਂ ਸੰਸ਼ੇ ਕਈ ਪ੍ਰਕਾਰ ਦੇ ਹੁੰਦੇ ਹਨ। ਸੰਸ਼ਾ ਕੋਈ ਵੀ ਹੋ ਸਕਦਾ ਹੈ, ਪਰ ਗੁਰਬਾਣੀ ਅਨੁਸਾਰ ਅਤੇ ਵਿਦਵਾਨਾਂ ਦੀ ਮਤ ਅਨੁਸਾਰ ਇਹਨਾਂ ਦੀ ਗਿਣਤੀ 6 ਪ੍ਰਕਾਰ ਦੇ ਸੰਸ਼ਿਆਂ ਵਿੱਚ ਕੀਤੀ ਜਾਂਦੀ ਹੈ। ਜਿਵੇਂ ਗੁਰਬਾਣੀ ਵਿੱਚ ਉਚਾਰਨ, ਗੁਰਬਾਣੀ ਦੇ ਵਿੱਚ ਸਤਿਗੁਰਾਂ ਜੀ ਦਾ ਉਦਾਹਰਣ ਹੈ, ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ, ਕਿ ਇਹੋ ਮਨ ਅਵਰਨ ਸਦਾ ਅਵਨਾਸੀ, ਕਿ ਇਹੋ ਮਨ ਚੰਚਲ ਕਿ ਇਹੋ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਹੁਣ ਇਹ 6 ਪ੍ਰਸ਼ਨ ਆ। ਨੰਬਰ 1 ਗ੍ਰਹੀ, ਦੂਜਾ ਉਦਾਸੀ, ਨੰਬਰ 3 ਅਵਰਨ, ਨੰਬਰ 4 ਚੰਚਲ, ਨੰਬਰ 5 ਬੈਰਾਗੀ, ਨੰਬਰ 6 ਮਮਤਾ। ਇਹ ਕੁਐਸਚਨ ਹੈ 6, ਸੰਸ਼ੇ ਕਹਿ ਲਓ ਜਾਂ ਪ੍ਰਸ਼ਨ ਕਹਿ ਲਓ। ਸਤਿਗੁਰੂ ਜੀ ਨੇ ਮਲਾਰ ਦੀ ਵਾਰ ਵਿੱਚ, ਮਲਾਰ ਮਹਲਾ ਤੀਜਾ, ਸਤਿਗੁਰੂ ਅਮਰਦਾਸ ਜੀ ਦੀ ਬਾਣੀ। ਹੁਣ ਇਹ ਪ੍ਰਸ਼ਨ ਹੈ ਇਹਦੇ ਵਿੱਚ ਕਿ ਇਹ ਮਨ ਘਰ ਦੇ ਜੰਜਾਲਾਂ ਵਿੱਚ ਫਸਿਆ ਹੋਇਆ, ਕੀ ਇਹ ਮਨ ਘਰ ਦੇ ਜੰਜਾਲਾਂ ਵਿੱਚ ਫਸਿਆ ਹੋਇਆ, ਕੀ ਇਹ ਮਨ ਨਿਰਲੇਪ ਰਹਿੰਦਾ, ਕੀ ਇਹ ਮਨ ਊਚ ਨੀਚ ਦੇ ਵਿਤਕਰੇ ਤੋਂ ਉੱਚਾ ਹੈ ਜੋ ਸਦਾ ਹੀ ਆਤਮਿਕ ਮੌਤ ਤੋਂ ਬਚਿਆ ਰਹਿੰਦਾ, ਕੀ ਇਹ ਮਨ ਮਾਇਆ ਦੀ ਦੌੜ ਭੱਜ ਵਿੱਚ ਹੀ ਕਾਬੂ ਆਇਆ ਰਹਿੰਦਾ, ਕੀ ਇਹ ਮਨ ਮਾਇਆ ਤੋਂ ਉਪਰਾਮ ਹੈ ਜਾਂ ਹੋ ਸਕਦਾ, ਇਸ ਮਨ ਨੂੰ ਮੈਂ ਮੇਰੀ ਦੀ ਮਮਤਾ ਕਿੱਥੋਂ ਲੱਗੀ ਹੈ। ਇਹ ਪ੍ਰਸ਼ਨ ਹੈ। ਸੋ ਇਸ ਤਰ੍ਹਾਂ ਸਰੋਤੇ ਕੋਲ ਕਈ ਪ੍ਰਕਾਰ ਦੇ ਸੰਸ਼ੇ ਹੁੰਦੇ ਆ। ਸੋ ਇਹਨਾਂ ਦੇ ਸਾਰੇ ਸੰਸ਼ਿਆਂ ਨੂੰ ਕਥਾਵਾਚਕ ਬੜੀ ਨਿਮਰਤਾ ਦੇ ਨਾਲ ਤੇ ਸਹਿਜਤਾ ਦੇ ਨਾਲ ਸਰੋਤਾ ਦੇ ਸੰਸ਼ਿਆਂ ਨੂੰ ਦੂਰ ਕਰੇ, 6 ਪ੍ਰਕਾਰ ਦੇ ਸੰਸ਼ੇ ਨੂੰ ਛੇਦ ਕਰੇ। ਛੇਦ ਕਰਨਾ ਕਿ ਠੀਕ ਕਰਨਾ, ਸਮਝਾਉਣਾ। ਸਰੋਤੇ ਦਾ 12ਵਾਂ ਗੁਣ, ਵਕਤੇ ਦਾ 12ਵਾਂ ਗੁਣ, ਸਾਰੇ ਮੱਤਾਂ ਤੇ ਮਜ਼੍ਹਬਾਂ ਦਾ ਗਿਆਤਾ ਹੋਵੇ। ਜੋ ਵਕਤਾ ਹੈ ਉਹ ਸਾਰੇ ਮੱਤਾਂ ਤੇ ਮਜ਼੍ਹਬਾਂ ਦਾ ਗਿਆਤਾ ਹੋਵੇ, ਉਹ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਪੜ੍ਹਿਆ ਹੋਵੇ ਜਾਂ ਉਹਨਾਂ ਦਾ ਗਿਆਨ ਰੱਖਦਾ ਹੋਵੇ। ਹੁਣ ਅਸੀਂ ਇਹ ਗੱਲਾਂ ਨਹੀਂ ਕਰਦੇ, ਇਸ ਸਿੱਖਦੇ ਹੀ ਨਹੀਂ ਹੈ। ਅੱਜ ਦੇ ਕਿਤਾਬੀ ਕਥਾਵਾਚਕ ਗਿਆਨੀ, ਅੱਖਰੀ ਗਿਆਨੀ, ਉਹਨਾਂ ਨੂੰ ਬਿਲਕੁਲ ਹੀ ਇਹਨਾਂ ਚੀਜ਼ਾਂ ਦੀ ਨੌਲੇਜ ਨੂੰ ਪੜ੍ਹਨਾ ਨਹੀਂ ਚਾਹੁੰਦੇ। ਕਹਿੰਦੇ ਸੀ ਦੂਸਰੇ ਧਰਮ ਦੇ ਗ੍ਰੰਥ ਕਿਉਂ ਪੜ੍ਹੀਏ। ਪਹਿਲਾਂ ਸੰਪਰਦਾਵਾਂ ਦੇ ਵਿੱਚ ਪਾਠੀ ਸਿੰਘ ਤਿਆਰ ਕੀਤੇ ਜਾਂਦੇ, ਗਿਆਨੀ, ਗ੍ਰੰਥੀ, ਰਾਗੀ ਜੋ ਰਹਿੰਦੇ ਸੀ, ਸੰਥਿਆ ਲੈਂਦੇ ਸੀ,
ਉਹਨਾਂ ਨੂੰ ਸਾਰੇ ਧਰਮਾਂ ਦਾ ਗਿਆਨ ਪੜ੍ਹਾਇਆ ਜਾਂਦਾ ਸੀ। ਭਾਈ ਗੁਰਦਾਸ ਜੀ ਦੇ ਨਾਲ ਨਾਲ, ਦਸਮ ਗ੍ਰੰਥ ਦੇ ਨਾਲ ਨਾਲ, ਭਾਈ ਨੰਦ ਲਾਲ ਜੀ ਦੇ ਨਾਲ ਨਾਲ, ਗੁਰਬਾਣੀ ਦੇ ਨਾਲ ਨਾਲ ਹੋਰ ਵੀ ਧਰਮਾਂ ਦੇ ਗ੍ਰੰਥ ਪੜ੍ਹਾਏ ਜਾਂਦੇ ਸਨ। ਵਿਰਾਗ ਸ਼ਤਕ ਪੜ੍ਹਾਇਆ ਜਾਂਦਾ ਸੀਗਾ, ਰਾਮਾਇਣ ਪੜ੍ਹਾਈ ਜਾਂਦੀ ਸੀ, ਜਾਂ ਹੋਰ ਗ੍ਰੰਥ ਪੜ੍ਹਾਏ ਜਾਂਦੇ ਸੀ ਦੂਸਰੇ ਧਰਮਾਂ ਦੇ ਵੀ। ਸੋ ਉਹਨਾਂ ਦਾ ਗਿਆਤਾ ਹੋਣਾ ਚਾਹੀਦਾ। ਅਸਲੀ ਵਕਤਾ ਕੌਣ ਆ? ਜੋ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਪੜ੍ਹਿਆ ਹੋਵੇ ਤੇ ਉਹਨਾਂ ਦੇ ਗਿਆਨ ਰੱਖਦਾ ਹੋਵੇ। 13ਵਾਂ ਗੁਣ ਵਕਤੇ ਦਾ, ਸੁਦਾ ਸਰਲ ਤੇ ਅਚਲ ਬੈਠੇ। ਵਕਤਾ ਸੁਦਾ ਸਰਲ ਅਤੇ ਅਚਲ ਬੈਠੇ, ਭਾਵ ਕਿ ਵਕਤਾ ਸਿੱਧਾ ਅਤੇ ਅਡੋਲ ਬੈਠੇ, ਢੂਈ ਦਾ ਵਲ ਕੱਢ ਕੇ। ਵਕਤਾ ਕਥਾਵਾਚਕ ਢੂਈ ਦਾ ਵਲ ਕੱਢ ਕੇ ਸਿੱਧਾ ਅਡੋਲ ਤੇ ਅਚਲ ਬੈਠੇ। ਉਹ ਆਪਣੇ ਪੈਰਾਂ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਉੱਤੇ ਖਾਰਸ਼ ਆਦਿਕ ਨਾ ਕਰੇ ਅਤੇ ਆਪਣੇ ਸਰੀਰ ਨੂੰ ਇੱਧਰ ਉੱਧਰ ਨਾ ਹਿਲਾਵੇ। ਸੋ ਕਈ ਵਕਤੇ ਦੇਖੇ, ਕਈ ਕਥਾਵਾਚਕ ਦੇਖੇ ਸਟੇਜ ਤੇ ਆਏ ਦੂਰੇ ਦੂਰੇ ਹੋਈ ਜਾਂਦੇ ਹੁੰਦੇ, ਕਦੇ ਇੱਧਰ ਨੂੰ ਝੁੱਕ ਗਏ, ਕਦੇ ਇੱਧਰ ਨੂੰ ਝੁੱਕ ਗਏ, ਕਦੇ ਬਾਹਾਂ ਲਾਈਆਂ। ਸੋ ਨਹੀਂ, ਅਚਲ ਬੈਠੋ, ਸੁਦਾ ਬੈਠੋ, ਆਪਣੇ ਸਰੀਰ ਨੂੰ ਇੱਧਰ ਉੱਧਰ ਨਾ ਡਲਾਓ, ਹਿਲਾਓ ਨਾ। ਵਕਤੇ ਦਾ 14ਵਾਂ ਗੁਣ, ਜੋ ਕਰੇ ਸੋ ਕਮਾਵੇ ਅਤੇ ਪ੍ਰਤੀ ਇੱਕ ਸਰੋਤਾ ਵੱਲ ਦ੍ਰਿਸ਼ਟੀ ਰੱਖੇ। 14ਵਾਂ ਗੁਣ ਹੈ, ਮਤਲਬ ਕਿ ਜੋ ਗੱਲਬਾਤ ਉਹ ਕਥਾ ਵਿੱਚ ਕਹਿੰਦਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਵੀ ਕਮਾਉਂਦਾ ਹੋਵੇ। ਜੋ ਕਰੇ ਸੋ ਕਮਾਵੇ, ਜੋ ਕਹਿੰਦਾ, ਜੋ ਕਹੇ ਸੋ ਕਮਾਵੇ। ਜੋ ਸਟੇਜ ਉੱਤੇ ਲੋਕਾਂ ਨੂੰ ਬੋਲ ਬੋਲ ਕੇ ਸੁਣਾਉਂਦਾ ਹੈ ਉਹ ਆਪਣੇ ਜੀਵਨ ਵਿੱਚ ਵੀ ਕਮਾਉਂਦਾ ਹੋਵੇ। ਕਥਾ ਵਾਰਤਾ ਕਰਨ ਲੱਗਿਆਂ ਉਹ ਸਾਰੇ ਸਰੋਤਿਆਂ ਉੱਤੇ ਆਪਣੀ ਦ੍ਰਿਸ਼ਟੀ ਨੂੰ ਘੁਮਾਉਂਦਾ ਰਹੇ, ਕਿਸੇ ਇੱਕ ਵਿਅਕਤੀ ਉੱਪਰ ਆਪਣੀ ਨਿਗਾਹ ਨਾ ਟਿਕਾਵੇ ਅਤੇ ਦੰਭ ਪਖੰਡ ਦੀ ਵਾਰਤਾ ਵੀ ਨਾ ਕਰੇ। ਸੋ ਅਸੀਂ ਦੇਖਦੇ ਹਾਂ ਕਿ ਜਿਹੜੇ ਸੂਝਵਾਨ ਕਥਾਵਾਚਕ ਹੁੰਦੇ ਹਨ ਨਾ, ਉਹ ਸਰੋਤਿਆਂ ਦੇ ਉੱਤੇ ਇੱਦਾਂ ਦ੍ਰਿਸ਼ਟੀ ਘੁਮਾਉਂਦੇ ਰਹਿੰਦੇ ਆ, ਸਾਰੀ ਸੰਗਤ ਉੱਤੇ ਨਿਗਾਹ ਘੁਮਾਉਂਦੇ ਰਹਿੰਦੇ ਆ। ਕਈ ਦੇਖਿਆ ਕੋਈ ਇੱਕ ਵਿਅਕਤੀ ਦੇ ਉੱਪਰ ਹੀ ਆਪਣੀ ਨਿਗਾਹ ਕੱਢ ਕੇ ਬੋਲਦੇ ਰਹਿੰਦੇ ਆ। ਨਹੀਂ, ਸਮ ਦ੍ਰਿਸ਼ਟੀ, ਸਾਰਿਆਂ ਦੇ ਉੱਪਰ ਦ੍ਰਿਸ਼ਟੀ ਰੱਖਣੀ, ਆਪਣੀ ਘੁਮਾਉਂਦੇ ਰਹਿਣਾ ਚਾਹੀਦਾ। ਅਤੇ ਆਪਣੇ ਵਿਚਾਰਾਂ ਦੇ ਵਿੱਚ ਉਹ ਪਖੰਡ ਦੰਭ ਵਾਰਤਾ ਦੀਆਂ ਗੱਲਾਂ ਵੀ ਨਾ ਕਰੇ, ਪਖੰਡ ਵਾਲੀਆਂ ਗੱਲਾਂ ਨਾ ਕਰੇ, ਦੰਭ ਵਾਲੀਆਂ ਗੱਲਾਂ ਨਾ ਕਰੇ ਜੋ ਗੁਰੂ ਘਰ ਦੇ ਆਸ਼ੇ ਤੋਂ ਦੂਰ ਲੈ ਕੇ ਜਾਂਦੀਆਂ ਹੋਣ ਸੰਗਤਾਂ ਨੂੰ। ਸੋ ਇਸ ਤਰ੍ਹਾਂ ਗੁਰੂ ਜੀ ਨੇ ਵਕਤਾ ਦੇ 14 ਪ੍ਰਕਾਰ ਦੇ ਗੁਣ ਕਹੇ। ਸੋ ਵਕਤਾ ਇਹੋ ਜਿਹਾ ਹੋਣਾ ਚਾਹੀਦਾ ਜੋ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਇਹ 14 ਗੁਣ ਵਕਤੇ ਦੇ ਦੱਸੇ ਆ। ਵਕਤਾ ਨੂੰ ਚਾਹੀਦਾ ਕਿ ਪਹਿਲਾਂ ਆਪ ਕਮਾਵੇ ਤੇ ਫਿਰ ਦੂਸਰੇ ਪ੍ਰਤੀ ਸੁਣਾਵੇ, ਦੂਸਰਿਆਂ ਨੂੰ ਸੁਣਾਵੇ, ਤਾਂ ਹੀ ਸਰੋਤਿਆਂ ਦੇ ਉੱਪਰ ਸੁਣਾਉਣ ਦਾ ਅਸਰ ਹੋਵੇਗਾ। ਫਿਰ ਭਾਈ ਤੁਲਸਾ ਜੀ ਤੇ ਭਾਈ ਤੀਰਥਾ ਜੀ ਨੇ ਬੇਨਤੀ ਕੀਤੀ ਕਿ ਹੇ ਗੁਰੂ ਜੀ, ਸਾਡੇ ਵਰਗੇ ਸਰੋਤਿਆਂ ਵਿੱਚ ਕਿਹੜੇ 14 ਗੁਣ ਹੋਣੇ ਚਾਹੀਦੇ ਆ? ਕਿਰਪਾ ਕਰਕੇ ਸਰੋਤਾ ਦੇ 14 ਗੁਣ ਵੀ ਦੱਸੋ ਗੁਰੂ ਜੀ। ਸੋ ਗੁਰੂ ਜੀ ਨੇ ਦਇਆ ਕਰਕੇ ਸਰੋਤੇ ਦੇ 14 ਗੁਣ ਦੱਸਣੇ ਕੀਤੇ। ਗੁਰੂ ਜੀ ਨੇ ਕਿਹਾ ਕਿ ਜੋ ਸ਼ਰਧਾ ਸਹਿਤ ਸਤਸੰਗ ਵਿੱਚ ਚੱਲ ਕੇ ਆਵੇ ਅਤੇ ਆਪਣੇ ਗੁਰੂ ਜੀ ਪਾਸੋਂ ਜਾਂ ਕਿਸੇ ਸੰਤ ਮਹਾਂਪੁਰਖ ਗੁਰਮੁਖ ਪਾਸੋਂ ਹਰੀ ਜਾਂ ਸਰਵਣ ਕਰੇ, ਉਸ ਨੂੰ ਸਰੋਤਾ ਕਿਹਾ ਜਾਂਦਾ। ਸਰੋਤਾ ਇਹੋ ਜਿਹਾ ਹੋਣਾ ਚਾਹੀਦਾ ਅਤੇ ਉਸ ਵਿੱਚ ਇਹ ਗੁਣ ਜ਼ਰੂਰ ਹੋਣੇ ਚਾਹੀਦੇ ਆ, ਜਿਵੇਂ ਕਿ ਤਵਾਰੀਖ ਗੁਰੂ ਖਾਲਸਾ ਦੇ ਪੰਨਾ 842 ਉੱਤੇ ਆਂਸ਼ੂ 1 ਭਾਗ 2 ਵਿੱਚ ਲਿਖਿਆ ਹੈ। ਸਰੋਤੇ ਦੇ 14 ਗੁਣ ਇਸ ਪ੍ਰਕਾਰ ਹਨ। ਸਰੋਤਾ ਵਕਤਾ ਵਿੱਚ ਸ਼ਰਧਾ ਰੱਖੇ, ਵਕਤਾ ਦੀ ਸੇਵਾ ਤਨ ਮਨ ਧਨ ਨਾਲ ਅਤੇ ਭਗਤੀ ਸਹਿਤ ਨਿਰਅਹੰਕਾਰ ਹੋ ਕੇ ਕਰੇ। ਨੰਬਰ 3, ਮਨ ਨੂੰ ਹੋਰ ਵਿਕਾਰਾਂ ਵੱਲੋਂ ਰੋਕੇ ਤੇ ਕਥਾ ਸੁਣੇ। ਨੰਬਰ 4, ਆਪਣੀ ਚਤਰਾਈ ਵਕਤਾ ਅੱਗੇ ਪ੍ਰਗਟ ਨਾ ਕਰੇ। ਨੰਬਰ 5, ਅਰਥਾਂ ਨੂੰ ਸਮਝ ਸਕਦਾ ਹੋਵੇ। ਨੰਬਰ 6, ਪ੍ਰਸ਼ਨ ਕਰਨ ਦੀ ਮਰਜ਼ਾਦਾ ਜਾਣਦਾ ਹੋਵੇ। ਨੰਬਰ 7, ਬਹੁਤ ਸੁਰਤੀ ਹੋਵੇ। ਨੰਬਰ 8,
ਆਲਸ ਤੇ ਨਿੰਦਰਾ ਨੂੰ ਤਿਆਗ ਕੇ ਸਾਵਧਾਨ ਹੋ ਕੇ ਬੈਠੇ। ਨੰਬਰ 9 ਜੋ ਸੁਣੇ ਉਹ ਯਾਦ ਰੱਖੇ। ਨੰਬਰ 10 ਉਦਾਰ ਚਿੱਤ ਹੋਵੇ। ਨੰਬਰ 11 ਵਕਤਾ ਦੇ ਕਥਨ ਨੂੰ ਆਪਣੇ ਉੱਪਰ ਵਰਤੇ, ਭਾਵ ਵਕਤਾ ਤੋਂ ਸੁਣ ਕੇ ਉਸ ਅਨੁਸਾਰ ਚੱਲੇ। ਨੰਬਰ 12 ਮਨ ਸ਼ੁੱਧ ਰੱਖੇ, ਤਨ ਦੇ ਵਸਤਰ ਸਾਫ ਤੇ ਸੁਥਰੇ ਰੱਖੇ। ਨੰਬਰ 13 ਵਕਤਾ ਦੇ ਸਨਮੁਖ ਹੋ ਅਚਲ ਹੋ ਕੇ ਬੈਠੇ। ਨੰਬਰ 14 ਦੰਭ ਤੇ ਪਖੰਡ ਦੀ ਵਾਰਤਾ ਨਾ ਸੁਣੇ ਤੇ ਨਾ ਕਰੇ। ਹੁਣ ਇਹ 14 ਗੁਰੂ ਸਾਹਿਬ ਜੀ ਨੇ ਜੋ ਦੱਸੇ ਹਨ ਸਰੋਤੇ ਦੇ, ਤਾਂ ਹੁਣ ਉਹਨੂੰ ਥੋੜ੍ਹਾ ਜਿਹਾ ਆਪਾਂ ਵਿਸਥਾਰ ਨਾਲ ਦੱਸਦੇ ਹਾਂ ਕਿ ਵਕਤਾ ਵਿੱਚ ਸ਼ਰਧਾ ਰੱਖੇ। ਸਰੋਤਾ ਵਕਤਾ ਵਿੱਚ ਸ਼ਰਧਾ ਰੱਖੇ, ਭਾਵ ਕਿ ਸਰੋਤਾ ਕਥਾ ਵਾਰਤਾ ਸੁਣਨ ਲੱਗਿਆਂ ਵਕਤਾ ਦੇ ਔਗਣਾਂ ਨੂੰ ਮਨ ਵਿੱਚ ਨਾ ਚਿਤਾਰੇ। ਉਸ ਦੀ ਜਾਤ ਪਾਤ ਜਾਂ ਉਸ ਦੇ ਕੱਪੜਿਆਂ ਨੂੰ ਦੇਖ ਕੇ ਆਪਣੇ ਆਪ ਤੋਂ ਛੋਟਾ ਨਾ ਜਾਣੇ। ਉਸ ਨੂੰ ਗੁਰੂ ਰੂਪ ਜਾਣ ਕੇ ਉਸ ਵਿੱਚ ਸ਼ਰਧਾ ਰੱਖੇ। ਨੰਬਰ 2 ਵਕਤਾ ਦੀ ਸੇਵਾ ਤਨ ਮਨ ਧਨ ਨਾਲ ਅਤੇ ਭਗਤੀ ਸਹਿਤ ਨਿਰਅਹੰਕਾਰ ਹੋ ਕੇ ਕਰੇ, ਭਾਵ ਕਿ ਤਨ ਦੀ ਸੇਵਾ। ਤਨ ਦੀ ਸੇਵਾ ਕੀ ਹੁੰਦੀ ਹੈ? ਪ੍ਰਚਾਰਕ ਦੇ ਵਸਤਰ ਧੋ ਕੇ ਉਸ ਨੂੰ ਇਸ਼ਨਾਨ ਕਰਵਾ ਕੇ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਪਾਣੀ ਛਕਾਵੇ, ਜਾਂ ਹੋਰ ਕਿਸੇ ਵੀ ਤਰੀਕੇ ਨਾਲ ਉਸ ਦੀ ਤਨ ਕਰਕੇ ਸੇਵਾ ਕਰੇ। ਇਹਨੂੰ ਤਨ ਦੀ ਸੇਵਾ ਕਹਿੰਦੇ ਆ। ਜਦੋਂ ਆਪਾਂ ਵੀ ਗੁਰੂ ਜੀ ਦੀ ਤਨ ਮਨ ਧਨ ਨਾਲ ਸੇਵਾ ਕਰਦੇ ਹਾਂ, ਸੋ ਤਨ ਦੇ ਨਾਲ ਸੇਵਾ ਕਰਨੀ, ਰੁਮਾਲਾ ਸਾਹਿਬ ਧੋਣੇ, ਭਾਂਡੇ ਮਾਂਜਣੇ, ਝਾੜੂ ਮਾਰਨਾ ਗੁਰੂ ਘਰ ਦੇ ਵਿੱਚ। ਇਸ ਤਰ੍ਹਾਂ ਪ੍ਰਚਾਰਕ ਦੀ ਵੀ ਇਸੇ ਤਰ੍ਹਾਂ ਹੀ ਸੇਵਾ ਕਰੇ, ਉਸ ਦੇ ਵਸਤਰ ਧੋ ਕੇ ਸਾਫ਼ ਕਰਕੇ ਪ੍ਰੈਸ ਕਰਕੇ ਦੇਵੇ, ਉਸ ਨੂੰ ਇਸ਼ਨਾਨ ਕਰਵਾਵੇ, ਆਪਣੇ ਹੱਥਾਂ ਨਾਲ ਪ੍ਰਚਾਰਕ ਨੂੰ ਪ੍ਰਸ਼ਾਦਾ ਛਕਾਵੇ। ਇਸ ਨੂੰ ਤਨ ਦੀ ਸੇਵਾ ਕਹਿੰਦੇ ਆ। ਮਨ ਤੇ ਧਨ ਦੀ ਸੇਵਾ ਕੀ ਹੁੰਦੀ ਹੈ? ਮਨ ਕਰਕੇ ਸ਼ਰਧਾ ਰੱਖੇ ਵਕਤਾ ਦੇ ਵਿੱਚ, ਪ੍ਰਚਾਰਕ ਦੇ ਵਿੱਚ, ਮਿੱਠੇ ਬਚਨਾਂ ਨਾਲ ਪ੍ਰਚਾਰਕ ਦਾ ਸਤਿਕਾਰ ਕਰੇ, ਆਪਣੀ ਕਮਾਈ ਵਿੱਚੋਂ ਚੋਖਾ ਧਨ ਦੇ ਕੇ ਉਸ ਦਾ ਆਦਰ ਮਾਣ ਕਰੇ, ਜਿਸ ਨਾਲ ਪ੍ਰਚਾਰਕ ਦਾ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਜਾਏ ਅਤੇ ਉਸ ਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਜਾਣ। ਇਹ ਸਾਰਾ ਕੁਝ ਪ੍ਰੇਮ ਸਹਿਤ ਅਤੇ ਹੰਕਾਰ ਤੋਂ ਰਹਿਤ ਹੋ ਕੇ ਕਰੇ। ਨੰਬਰ 3 ਮਨ ਨੂੰ ਹੋਰਾਂ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਤੇ ਕਥਾ ਸੁਣਨੀ। ਇਹ ਸਰੋਤੇ ਦਾ ਤੀਜਾ ਗੁਣ, ਭਾਵ ਕਿ ਸਰੋਤਾ ਕਥਾ ਸੁਣਨ ਲੱਗਿਆਂ ਹਮੇਸ਼ਾ ਆਪਣੇ ਮਨ ਉੱਤੇ ਕਾਬੂ ਰੱਖੇ ਅਤੇ ਬਿਰਤੀ ਨੂੰ ਕਥਾ ਵਾਰਤਾ ਦੇ ਨਾਲ ਜੋੜ ਕੇ ਰੱਖੇ। ਨੰਬਰ 4 ਸਰੋਤਾ ਦਾ ਗੁਣ ਆਪਣੀ ਚਤੁਰਾਈ ਵਕਤਾ ਅੱਗੇ ਪ੍ਰਗਟ ਨਾ ਕਰੇ, ਭਾਵ ਕਿ ਸਰੋਤਾ ਆਪਣੇ ਗਿਆਨ ਅਤੇ ਜਾਣਕਾਰੀ ਨੂੰ ਵਕਤਾ ਅੱਗੇ ਨਾ ਦਿਖਾਵੇ ਅਤੇ ਨਿਮਰਤਾ ਸਹਿਤ ਹੋਰ ਗਿਆਨ ਪ੍ਰਾਪਤ ਕਰੇ। ਜੋ ਉਹਦੇ ਕੋਲ ਹੈ, ਜੋ ਵੀ ਉਹਦੇ ਕੋਲ ਹੈ, ਉਹ ਆਪਣੇ ਅੰਦਰ ਰੱਖੇ ਅਤੇ ਕਥਾਵਾਚਕ ਕੋਲੋਂ ਹੋਰ ਚੰਗੇ ਗੁਣ ਸਿੱਖੇ। ਪਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਕਥਾ ਸੁਣਦੇ ਆ ਜਾਂ ਗਿਆਨੀ ਹੋ ਜਾਂਦੇ ਜਾਂ ਅੰਮ੍ਰਿਤ ਛਕ ਲੈਂਦੇ ਆ, ਥੋੜ੍ਹੀ ਬਹੁਤੀ ਜਾਣਕਾਰੀ ਰੱਖਦੇ ਆ, ਤਾਂ ਫਿਰ ਉਹ ਕਥਾ ਵਿਚਾਰਕਾਂ ਦੇ ਨਾਲ, ਪ੍ਰਚਾਰਕਾਂ ਦੇ ਨਾਲ ਚੁੰਝੜ ਆਉਣ ਲੱਗ ਜਾਂਦੇ। ਚੁੰਝ ਗਿਆਨੀ ਕਹਿ ਸਕਦੇ ਹਾਂ ਆਪਾਂ ਉਹਨਾਂ ਨੂੰ। ਆਪਣੇ ਥੋੜ੍ਹੇ ਜਿਹੇ ਗਿਆਨ ਦਾ ਬਹੁਤਾ ਹੰਕਾਰ ਵਿਖਾਉਂਦੇ ਆ, ਬਹੁਤ ਸਾਰੇ ਦੇਖੇ ਆ ਇਸ ਤਰ੍ਹਾਂ। ਸੋ ਗੁਰੂ ਸਾਹਿਬ ਜੀ ਕਹਿੰਦੇ ਇਹ ਸਰੋਤੇ ਦਾ ਗੁਣ ਨਹੀਂ ਹੈ। ਸਰੋਤੇ ਦਾ ਗੁਣ ਹੈ ਕਿ ਆਪਣੇ ਗਿਆਨ ਨੂੰ, ਆਪਣੀ ਚਤੁਰਾਈ ਨੂੰ, ਸੂਝਤਾ ਨੂੰ ਪ੍ਰਚਾਰਕ ਦੇ ਅੱਗੇ ਪ੍ਰਗਟ ਨਾ ਕਰੇ, ਵਕਤਾ ਦੇ ਅੱਗੇ ਪ੍ਰਗਟ ਨਾ ਕਰੇ, ਨਾ ਦਿਖਾਵੇ ਅਤੇ ਨਿਮਰਤਾ ਸਹਿਤ ਉਸ ਕੋਲ ਹੋਰ ਗੁਣ ਲਵੇ। ਨੰਬਰ 5 ਅਰਥਾਂ ਨੂੰ ਸਮਝ ਸਕਦਾ ਹੋਵੇ। ਸਰੋਤਾ ਆਪਣੇ ਆਪ ਨੂੰ ਬਾਣੀ ਦੇ ਅਰਥ ਸਮਝਣ ਦੇ ਯੋਗ ਬਣਾਵੇ। ਉਹ ਹੀ ਅਸਲੀ ਸਰੋਤਾ ਜੋ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੇ ਆਪਣੇ ਆਪ ਨੂੰ ਯੋਗ ਬਣਾਉਂਦਾ। ਨੰਬਰ 6 ਪ੍ਰਸ਼ਨ ਕਰਨ ਦੀ ਮਰਜ਼ਾਦਾ ਜਾਣਦਾ ਹੋਵੇ। ਇਹ ਸਰੋਤੇ ਦਾ ਗੁਣ ਹੈ, ਸੁਣਨ ਵਾਲਿਆਂ ਦਾ, ਕਥਾ ਸੁਣਨ ਵਾਲਿਆਂ ਦਾ, ਕਿ ਪ੍ਰਸ਼ਨ ਦੀ ਮਰਜ਼ਾਦਾ ਕਰਨ ਜਾਣਦਾ ਹੋਵੇ ਸੁਣਨ ਵਾਲਾ। ਵਕਤਾ ਅੱਗੇ ਆਪਣੇ ਪ੍ਰਸ਼ਨ ਕਰਨ ਦੀ ਰੀਤੀ ਤੇ ਉਸ ਦਾ ਤਰੀਕਾ ਜਾਣੇ, ਭਾਵ ਕਿ ਸਰੋਤਾ ਇੱਜ਼ਤ ਭਰੇ ਸ਼ਬਦਾਂ ਨਾਲ, ਸਤਿਕਾਰ ਭਰੇ ਸ਼ਬਦਾਂ ਨਾਲ ਆਪਣੇ ਪ੍ਰਸ਼ਨ ਪ੍ਰਚਾਰਕ ਦੇ ਅੱਗੇ ਰੱਖੇ। 7ਵਾਂ ਗੁਣ ਸਰੋਤੇ ਦਾ 7ਵਾਂ ਗੁਣ ਬਹੁਤ ਸੁਰਤੀ ਹੋਵੇ। ਉਹ ਸਰੋਤਾ ਜਿਸ ਨੇ ਸਤ ਸੰਗਤ ਨੂੰ ਬਹੁਤ ਸੁਣਿਆ ਹੋਵੇ। ਜਿਸ ਸਰੋਤੇ ਨੇ ਸਤ ਸੰਗਤ ਨੂੰ
ਬਹੁਤ ਸੁਣਿਆ ਹੋਵੇ, ਅਨੇਕਾਂ ਗ੍ਰੰਥਾਂ ਅਤੇ ਸ਼ਾਸਤਰਾਂ ਨੂੰ ਸੁਣਿਆ ਹੋਵੇ, ਅਨੇਕਾਂ ਵਿਦਵਾਨਾਂ ਦੇ ਬਚਨ ਸੁਣੇ ਹੋਣ, ਉਹ ਬਹੁਤਿਆਂ ਪ੍ਰਚਾਰਕਾਂ ਕੋਲੋਂ ਬਹੁਤ ਪ੍ਰਕਾਰ ਦਾ ਗਿਆਨ ਪ੍ਰਾਪਤ ਕਰਕੇ ਹੋਰ ਕਿਸੇ ਵਕਤਾ ਪ੍ਰਚਾਰਕ ਦੇ ਵਿਚਾਰਾਂ ਉੱਤੇ ਕਟਾਸ਼ ਨਾ ਕਰੇ, ਤਰਕ ਨਾ ਕਰੇ, ਬਲਕਿ ਆਪਣੇ ਗਿਆਨ ਨਾਲ ਹੋਰ ਭੁੱਲੇ ਭਟਕੇ ਲੋਕਾਂ ਨੂੰ ਰੱਬ ਦੇ ਰਾਹ ਉੱਤੇ ਪਾਵੇ। ਉਹਨੂੰ ਕਹਿੰਦੇ ਬਹੁ ਸੁਰਤੀ। ਉਹਦੀ ਜਿਹੜੀ ਸੁਰਤ ਹੈਗੀ ਬਹੁਤ ਸਾਰੇ ਉੱਚੇ ਖਿਆਲਾਂ ਵਾਲੀ ਹੋਵੇ, ਸਭ ਦਾ ਭਲਾ ਮਨਾਉਣਾ, ਸਭ ਨੂੰ ਗਿਆਨ ਦੇ ਰਸਤੇ 'ਤੇ ਤੋਰਨਾ, ਸਭ ਵਿਦਵਾਨਾਂ ਗਿਆਨੀਆਂ ਦੀਆਂ ਗੱਲਾਂ ਸੁਣਨੀਆਂ, ਉਹਨਾਂ ਵਿੱਚ ਹੋਰ ਗੁਣ ਇਕੱਠਾ ਕਰਨਾ, ਆਪਣੇ ਅੰਦਰ ਹੋਰ ਗੁਣ ਭਰ ਲੈਣਾ। ਸੋ ਸਰੋਤੇ ਦਾ 8ਵਾਂ ਗੁਣ ਹੈ ਆਲਸ ਤੇ ਨਿੰਦਰਾ ਨੂੰ ਤਿਆਗ ਕੇ ਸਾਵਧਾਨ ਹੋ ਕੇ ਬੈਠੇ। ਕਥਾ ਸੁਣਨ ਵੇਲੇ ਸਤਸੰਗ ਵਿੱਚ ਆਪਣੇ ਆਪ ਨੂੰ ਆਲਸ ਜਾਂ ਨੀਂਦ ਨਾ ਆਉਣ ਦੇਵੇ ਅਤੇ ਸਾਵਧਾਨ ਹੋ ਕੇ ਬੈਠੇ। ਇਹ ਸੁਣਨ ਵਾਲੇ ਦਾ ਗੁਣ ਆ ਕਿ ਜਿਹੜਾ ਸੁਣਨ ਵਾਲਾ ਸਤਸੰਗ ਵਿੱਚ ਜਾ ਕੇ ਆਲਸ ਨਾ ਦਿਖਾਵੇ। ਕਈ ਦੇਖੇ ਸਤਸੰਗ ਵਿੱਚ ਬੈਠੇ ਧੌਣ ਨੀਵੀਂ ਕਰਕੇ ਸੁੱਟ ਲੈਂਦੇ ਆ, ਆਪਦੀ ਗੋਦੀ ਦੇ ਵਿੱਚ ਬਹੁਤ ਥੱਲੇ ਲੈ ਜਾਂਦੇ ਆ, ਅਤੇ ਦੇਖਣ ਵਾਲੇ ਨੂੰ ਉਹਨਾਂ ਨੂੰ ਲੱਗਦਾ ਵੀ ਦੇਖਣ ਵਾਲੇ ਨੂੰ ਐਂ ਲੱਗੇ ਮੈਂ ਸੁਣ ਰਿਹਾ, ਪਰ ਉਹ ਸੁੱਤੇ ਪਏ ਹੁੰਦੇ ਆ, ਐਕਚੁਅਲੀ ਸੁੱਤੇ ਪਏ ਹੁੰਦੇ ਆ ਉਹ। ਅਤੇ ਕਈ ਝਟਕਾ ਵੀ ਵੱਜ ਜਾਂਦਾ ਕਈ ਵਾਰੀ ਉਹਨਾਂ ਨੂੰ ਸੁੱਤੇ ਪਿਆਂ ਨੂੰ। ਸੋ ਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਸਰੋਤੇ ਦਾ ਗੁਣ ਨਹੀਂ। ਸਰੋਤਾ ਸੁਚੇਤ ਹੋ ਕੇ ਬੈਠੇ ਸਤਸੰਗ ਦੇ ਵਿੱਚ, ਆਲਸ ਨੂੰ ਤਿਆਗੇ, ਨੀਂਦ ਨੂੰ ਤਿਆਗੇ ਅਤੇ ਸਾਵਧਾਨ ਹੋ ਕੇ ਬੈਠ ਕੇ ਕਥਾਵਾਚਕ ਦੇ ਬਚਨਾਂ ਨੂੰ ਸੁਣੇ। ਸਰੋਤੇ ਦਾ 9ਵਾਂ ਗੁਣ ਜੋ ਸੁਣੇ ਉਹ ਯਾਦ ਰੱਖੇ, ਭਾਵ ਕਿ ਸਤਸੰਗ ਵਿੱਚੋਂ ਜੋ ਵੀ ਸੁਣੇ ਉਸ ਨੂੰ ਹਮੇਸ਼ਾ ਯਾਦ ਰੱਖੇ ਅਤੇ ਦੂਸਰਿਆਂ ਨੂੰ ਵੀ ਸੁਣਾਵੇ। ਜੋ ਸਤਸੰਗ ਵਿੱਚ ਸੁਣ ਕੇ ਆਇਆ ਕਥਾ, ਫਿਰ ਉਹ ਆਪਣੇ ਘਰੇ ਆ ਕੇ ਆਪਦੇ ਬੱਚਿਆਂ ਨੂੰ ਸੁਣਾਵੇ, ਆਪਦੇ ਮਿੱਤਰਾਂ ਨੂੰ ਸੁਣਾਵੇ, ਹੋਰਾਂ ਨੂੰ ਸੁਣਾਵੇ ਅਤੇ ਹਮੇਸ਼ਾ ਯਾਦ ਰੱਖੇ। ਸਰੋਤੇ ਦਾ 10ਵਾਂ ਗੁਣ ਉਦਾਰ ਚਿੱਤ ਹੋਵੇ, ਭਾਵ ਕਿ ਸਰੋਤਾ ਮਿੱਠ ਬੋਲੜਾ ਅਤੇ ਧੀਰਜਵਾਨ ਹੋਵੇ, ਜੀਵਾਂ ਉੱਪਰ ਦਇਆ ਕਰਨ ਵਾਲਾ ਹੋਵੇ ਅਤੇ ਰਾਜਿਆਂ ਵਾਂਗ ਰੱਜੇ ਸੁਭਾਅ ਵਾਲਾ ਹੋਵੇ। ਸਰੋਤੇ ਦਾ 11ਵਾਂ ਗੁਣ ਵਕਤਾ ਦੇ ਕਥਨ ਨੂੰ ਆਪਣੇ ਉੱਪਰ ਵਰਤੇ, ਭਾਵ ਵਕਤਾ ਤੋਂ ਸੁਣ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਚਲਾਵੇ। ਭਾਵ ਕਿ ਵਕਤਾ ਪਾਸੋਂ ਸੁਣੀ ਕਥਾ ਵਾਰਤਾ ਨੂੰ ਆਪਣੇ ਜੀਵਨ ਵਿੱਚ ਪਰਖ ਕੇ ਦੇਖੇ, ਭਾਵ ਸ਼ਰਧਾ ਰੱਖ ਕੇ ਸੋਚੇ ਕਿ ਜੇ ਸਾਖੀ ਵਿਚਲੇ ਸਿੱਖ ਦੀ ਗੁਰੂ ਜੀ ਸਹਾਇਤਾ ਕਰ ਸਕਦੇ ਹਨ ਤਾਂ ਉਹ ਮੇਰੀ ਸਹਾਇਤਾ ਵੀ ਜ਼ਰੂਰ ਕਰਨਗੇ। ਇਸ ਤਰ੍ਹਾਂ ਉਹ ਆਪਣੇ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਪਰਖ ਕੇ ਦੇਖੇ। ਸੋ ਬਹੁਤ ਦੇਖੇ ਆ ਮੈਂ ਕਥਾ ਸੁਣ ਕੇ, ਜਿਨ੍ਹਾਂ ਨੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਕਥਾ ਵਿੱਚ, ਸਿੱਖਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਉਹਨਾਂ ਮੁਤਾਬਕ ਉਹਨਾਂ ਨੇ ਆਪ ਵੀ ਕਰਕੇ ਦੇਖਿਆ ਅਤੇ ਉਹਨਾਂ ਦੇ ਨਾਲ ਉੱਦਾਂ ਹੀ ਹੋਇਆ। ਜਿਵੇਂ ਕਥਾ ਵਾਲੇ ਸਿੱਖਾਂ ਦੀ ਗੁਰੂ ਜੀ ਨੇ ਰੱਖਿਆ ਕੀਤੀ, ਉਵੇਂ ਉਹਨਾਂ ਦੀ ਸਹਾਇਤਾ ਗੁਰੂ ਜੀ ਨੇ ਕੀਤੀ, ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਖੁਸ਼ੀ ਦਿੱਤੀ, ਉਹਨਾਂ ਦੇ ਕਾਰਜ ਪੂਰੇ ਕੀਤੇ। ਸੋ ਸਰੋਤੇ ਦਾ 12ਵਾਂ ਗੁਣ ਮਨ, ਤਨ ਅਤੇ ਬਸਤਰ ਪਵਿੱਤਰ ਰੱਖੇ, ਭਾਵ ਕਿ ਸਰੋਤਾ ਵਿਚਾਰਾਂ ਕਰਕੇ ਮਨ ਨੂੰ ਅਤੇ ਚੰਗੇ ਕਰਮਾਂ ਕਰਕੇ ਸਰੀਰ ਨੂੰ ਪਵਿੱਤਰ ਰੱਖੇ, ਬਸਤਰ ਹਮੇਸ਼ਾ ਸਾਫ ਸੁਥਰੇ ਰੱਖੇ। ਸਰੋਤੇ ਦਾ 13ਵਾਂ ਗੁਣ ਵਕਤਾ ਦੇ ਸਨਮੁਖ ਅਚਲ ਬੈਠੇ, ਕਥਾਵਾਚਕ ਦੇ ਸਾਹਮਣੇ ਅਚਲ ਹੋ ਕੇ ਬੈਠੇ, ਭਾਵ ਕਿ ਵਕਤਾ ਦੇ ਸਾਹਮਣੇ ਅਡੋਲ ਤੇ ਅਚਲ ਬੈਠੇ, ਇੱਧਰ ਉੱਧਰ ਨਾ ਦੇਖੇ ਅਤੇ ਗੋਡੇ ਮੂਧੇ ਨਾ ਮਾਰੇ, ਸਿਰਫ ਚੌਂਕੜਾ ਮਾਰ ਕੇ ਬੈਠੇ। ਉਸੇ ਕਈ ਦੇਖਦੇ ਹਾਂ ਅਸੀਂ ਸੰਗਤ ਦੇ ਵਿੱਚ ਬਹੁਤ ਸਾਰੇ ਗੁਰਮਤਿ ਪਿਆਰੇ ਬੈਠੇ ਹੁੰਦੇ ਹਨ, ਸਰੋਤੇ ਬੈਠੇ ਹੁੰਦੇ ਹਨ, ਪ੍ਰਚਾਰਕ ਦੇ ਕਥਾ ਸੁਣ ਰਹੇ ਹੁੰਦੇ, ਕਈਆਂ ਨੇ ਗੋਡੇ ਮੂਧੇ ਮਾਰੇ ਹੁੰਦੇ ਆ, ਗੋਡੇ ਮੂਧੇ ਮਾਰੇ ਹੁੰਦੇ ਅਤੇ ਪੈਰ ਦਾ ਅੰਗੂਠਾ ਹੱਥ ਦੇ ਨਾਲ ਫੜਿਆ ਹੁੰਦਾ, ਉਹਨੂੰ ਮਰੋੜੀ ਜਾਂਦੇ ਬੈਠੇ, ਨਾਲੇ ਕਥਾ ਸੁਣੀ ਜਾਂਦੇ ਆ। ਅਤੇ ਕਈ ਇਹੋ ਜਿਹੇ ਵੀ ਦੇਖੇ ਆ ਕਿ ਉਹ ਕਪਾਹ ਦੇ ਬੂਟੇ ਵਾਂਗੂ, ਨਰਮੇ ਦੇ ਬੂਟੇ ਵਾਂਗੂ, ਗੰਨੇ ਦੇ ਬੂਟੇ ਵਾਂਗੂ ਐਂ ਹੀ ਹੱਲੀ ਜਾਣਗੇ, ਜਿਵੇਂ ਹਵਾ ਦੇ ਬੋਲੇ ਨਾਲ ਬੂਟੇ ਹੱਲਦੇ ਰਹਿੰਦੇ, ਕਦੇ ਇੱਧਰ ਕਦੇ ਇੱਧਰ ਕਦੇ ਇੱਧਰ। ਨਹੀਂ, ਅਚਲ ਹੋ ਕੇ ਬੈਠੋ, ਢੂਈ ਦਾ ਵਲ ਕੱਢ ਕੇ ਸਿੱਧੇ ਹੋ ਕੇ ਬੈਠੋ, ਚੌਂਕੜਾ ਮਾਰ ਕੇ ਸਰੋਤਾ ਦੇ ਸਾਹਮਣੇ। ਇਹ ਵੀ ਵਕਤਾ ਦੇ ਸਾਹਮਣੇ, ਇਹ ਵੀ ਸਰੋਤੇ ਦਾ, ਕਥਾ ਸੁਣਨ ਵਾਲੇ ਦਾ ਇੱਕ ਗੁਣ, ਸਤਸੰਗੀ ਦਾ ਇੱਕ ਗੁਣ ਹੈ, ਚੌਂਕੜਾ ਮਾਰ ਕੇ ਬੈਠਣਾ। ਸੋ ਸਰੋਤੇ ਦਾ 14ਵਾਂ ਗੁਣ
ਦੰਭ ਤੇ ਪਖੰਡ ਦੀ ਵਾਰਤਾ ਨਾ ਕਰੀ। ਇਹ ਦੋਵੇਂ ਗੱਲਾਂ ਉਹਦੇ ਵਿੱਚ ਵੀ ਆਈਆਂ ਸੀ, ਵਕਤ ਵਾਲੇ ਵਿੱਚ ਵੀ ਅਤੇ ਸਰੋਤਾ ਵਿੱਚ ਵਾਲੇ ਵਿੱਚ ਵੀ ਆਈਆਂ, ਕਿਉਂਕਿ ਦੋਵੇਂ 14ਵਾਂ ਗੁਣ ਆ ਜਿਹੜਾ ਇਹ ਦੋਵਾਂ 'ਤੇ ਲਾਗੂ ਹੁੰਦਾ ਹੈ, ਕਥਾਵਾਚਕ 'ਤੇ ਵੀ ਅਤੇ ਸੁਣਨ ਵਾਲੇ 'ਤੇ ਵੀ। ਭਾਵ ਕਿ ਵਕਤਾ ਕੋਲ ਜਾਂ ਹੋਰ ਕਿਸੇ ਕੋਲ ਮਨਮੁੱਖਾਂ ਵਾਲੀਆਂ ਗੱਲਾਂ ਜਾਂ ਦੰਭ ਪਖੰਡ ਦੀਆਂ ਗੱਲਾਂ ਨਾ ਕਰੇ। ਕਈ ਵਾਰੀ ਪ੍ਰਚਾਰਕ ਕੋਲੇ ਅਸੀਂ ਜਾਂਦੇ, ਕਥਾ ਤੋਂ ਬਾਅਦ ਉਹਦੇ ਕੋਲ ਜਾ ਕੇ ਬਹਿੰਦੇ ਹਾਂ, ਅਸੀਂ ਗਿਆਨੀਆਂ ਦੇ ਕੋਲੇ ਕਥਾਵਾਚਕਾਂ ਕੋਲੇ ਜਾ ਕੇ ਬਹਿ ਜਾਂਦੇ, ਬਾਬਾ ਜੀ ਫਤਿਹ ਜੀ ਫਤਿਹ ਜੀ, ਅਤੇ 2 ਮਿੰਟ ਗੱਲ ਕਰਨ ਤੋਂ ਬਾਅਦ ਫਿਰ ਇੱਧਰ ਉੱਧਰ ਦੀਆਂ ਪ੍ਰਧਾਨ ਮੰਤਰੀ ਹੋ, ਮੁੱਖ ਮੰਤਰੀ ਹੋ, ਫਲਾਨਾ ਸਰਪੰਚ ਐਵੇਂ, ਫਲਾਨਾ ਐਵੇਂ ਜੀ, ਗੁਰਦੁਆਰਿਆਂ ਦਾ ਹਾਲ ਬੜਾ ਖਰਾਬ ਆ ਜੀ, ਉਹਦਾ ਹਾਲ ਬੜਾ ਖਰਾਬ, ਆਹ ਗੱਲਾਂ ਕਰਨ ਲੱਗ ਜਾਂਦੇ ਜਾ ਕੇ ਅਸੀਂ ਪ੍ਰਚਾਰਕਾਂ ਕੋਲੇ, ਗਿਆਨੀਆਂ ਕੋਲੇ। ਕਥਾ ਤੋਂ ਬਾਅਦ ਜਾ ਕੇ ਉਹਨਾਂ ਦੇ ਕੋਲ ਇਹ ਗੱਲਾਂ ਕਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਇਹ ਗੱਲਾਂ ਨਹੀਂ ਕਰਨੀਆਂ। ਵਕਤਾ ਕੋਲੇ ਜਾਂ ਹੋਰ ਕਿਸੇ ਕੋਲੇ ਮਨਮੁੱਖਾਂ ਵਾਲੀਆਂ ਗੱਲਾਂ ਜਾਂ ਦੰਭ ਪਖੰਡ ਦੀਆਂ ਗੱਲਾਂ ਨਾ ਕਰੋ। ਆਪਣੇ ਵਿਚਾਰਾਂ ਵਿੱਚ ਇਨਸਾਨੀਅਤ ਅਤੇ ਗੁਰਸਿੱਖੀ ਪ੍ਰਗਟ ਕਰੋ। ਇਹ ਗੱਲਾਂ ਦੋਵਾਂ ਵਾਸਤੇ ਹੀ ਲਾਗੂ ਆ। 14ਵਾਂ ਗੁਣ ਜਿਹੜਾ ਵਕਤਾ ਵਾਸਤੇ ਵੀ ਅਤੇ ਸਰੋਤੇ ਵਾਸਤੇ ਵੀ। ਇਹ 14 ਗੁਣ ਸਰੋਤੇ ਦੇ ਹਨ, ਕਥਾ ਸੁਣਨ ਵਾਲੇ ਦੇ ਆਪ ਜੀ ਨੇ ਸਰਵਣ ਕੀਤੇ ਆ। ਸੋ ਐਸੇ ਸਰੋਤੇ ਤੇ ਵਕਤਾ ਜਨ ਸ਼ੀਘਰ ਹੀ ਸੁਣਿਆ ਅੰਧੇ ਪਾਵੇ ਰਾਹੋ ਅਨੁਸਾਰ ਗਿਆਨ ਨੂੰ ਪਾ ਕੇ ਸ਼ਾਂਤ ਚਿੱਤ ਹੋ ਜਾਂਦੇ ਹਨ। ਜੋ ਐਸੇ ਸਰੋਤੇ ਹਨ ਉਹ ਸਹਿਜੇ ਹੀ ਗਿਆਨ ਨੂੰ ਪਾ ਕੇ ਸ਼ਾਂਤ ਚਿੱਤ ਹੋ ਜਾਂਦੇ ਆ ਅਤੇ ਕਲਿਆਣ ਨੂੰ ਪ੍ਰਾਪਤ ਕਰਦੇ ਹਨ। ਸੋ ਹਰ ਇੱਕ ਪੁਰਸ਼ ਨੇ ਉਹੋ ਜਿਹਾ ਸਰੋਤਾ ਹੋਣਾ ਚਾਹੀਦਾ, ਇਹੋ ਜਿਹਾ ਹੀ ਸ਼ਰਧਾਲੂ ਹੋਣਾ ਚਾਹੀਦਾ, ਅਤੇ ਪ੍ਰਚਾਰਕ ਵੀ ਵਕਤਾ ਵੀ ਇਹੋ ਜਿਹਾ ਹੀ ਹੋਵੇ ਜਿਹੋ ਜਿਹਾ ਗੁਰੂ ਛੇਵੇਂ ਪਾਤਸ਼ਾਹ ਜੀ ਨੇ 14 ਗੁਣਾਂ ਕਰਕੇ ਦੱਸਿਆ, ਅਤੇ ਸਰੋਤਾ ਵੀ ਇਹੋ ਜਿਹਾ ਹੋਵੇ ਜਿਹੋ ਜਿਹਾ ਗੁਰੂ ਜੀ ਨੇ 14 ਗੁਣਾਂ ਕਰਕੇ ਜਿਹੜੇ ਗੁਣ ਦੱਸੇ ਆ। ਇਹ 14 ਗੁਣ ਦੋਨਾਂ ਵਿੱਚ ਹੋਣੇ ਚਾਹੀਦੇ ਹਨ। ਸੋ ਹੁਣ ਆਪਾਂ ਇਹ ਜੋ ਸਰੋਤਾ ਅਤੇ ਵਕਤਾ ਦੇ ਗੁਣਾਂ ਦੇ ਨਾਲ ਸੰਬੰਧਿਤ 2 ਸਾਖੀਆਂ ਦੇ ਪ੍ਰਮਾਣ ਵੀ ਆਪਾਂ ਸੁਣ ਲੈਂਦੇ ਹਾਂ। ਇੱਕ ਵਾਰ ਦੀ ਗਾਥਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਜੰਗਲ ਵਿੱਚ ਰਾਤ ਦਾ ਆਰਾਮ ਕੀਤਾ ਅਤੇ ਅੰਮ੍ਰਿਤ ਵੇਲੇ ਨਾਲ ਹੀ ਭਾਈ ਮਰਦਾਨਾ ਸਹਿਤ ਬਾਣੀ ਦਾ ਰਸ ਭਿੰਨਾ ਕੀਰਤਨਾ ਆਰੰਭ ਕਰਨਾ ਸ਼ੁਰੂ ਕਰ ਦਿੱਤਾ। ਸੋ ਕੀਰਤਨ ਕਰਦਿਆਂ ਹੋਇਆਂ ਜਦ ਪਹੁ ਫਟਾਲਾ ਹੋਇਆ ਤਾਂ ਮਰਦਾਨੇ ਦੀਆਂ ਥੋੜ੍ਹੀਆਂ ਜਿਹੀਆਂ ਅੱਖਾਂ ਖੁੱਲ੍ਹੀਆਂ। ਉਸਨੇ ਕੀ ਦੇਖਿਆ ਕਿ ਉਹਨਾਂ ਤੋਂ ਥੋੜ੍ਹੀ ਦੂਰੀ ਉੱਤੇ ਇੱਕ ਮਨੁੱਖ ਦੀ ਲਾਸ਼ ਪਈ ਹੈ। ਸ਼ਾਇਦ ਉਹ ਰਾਤ ਨੂੰ ਹਨੇਰੇ ਹੋਏ ਆਏ ਸੀ, ਇਸ ਲਈ ਉਹਨਾਂ ਨੇ ਇਸ ਬੰਦੇ ਦੀ ਲਾਸ਼ ਨੂੰ ਨਹੀਂ ਦੇਖਿਆ ਹੋਣਾ। ਭਾਈ ਮਰਦਾਨਾ ਹਾਲੀ ਮਨ ਵਿੱਚ ਸੋਚ ਹੀ ਰਹੇ ਸਨ ਕਿ ਉਹਨਾਂ ਨੇ ਇੱਕ ਬਘਿਆੜ ਨੂੰ ਆਪਣੇ ਵੱਲ ਆਉਂਦਾ ਹੋਇਆ ਦੇਖਿਆ। ਇੱਕ ਵਾਰ ਤਾਂ ਭਾਈ ਮਰਦਾਨਾ ਜੀ ਡਰ ਗਏ, ਪਰ ਫਿਰ ਉਹਨਾਂ ਨੇ ਦੇਖਿਆ ਕਿ ਉਹ ਬਾਘ ਉਸ ਮੁਰਦਾ ਸਰੀਰ ਕੋਲ ਰੁਕ ਗਿਆ ਅਤੇ ਉਸ ਮੁਰਦੇ ਨੂੰ ਸੁੰਘਿਆ ਅਤੇ ਵਾਪਸ ਚਲਿਆ ਗਿਆ। ਥੋੜ੍ਹੀ ਦੂਰ ਜਾਣ ਤੋਂ ਬਾਅਦ ਉਹ ਫਿਰ ਵਾਪਸ ਆ ਗਿਆ ਅਤੇ ਮੁਰਦੇ ਦੇ ਪੈਰ ਸੁੰਘੇ ਅਤੇ ਚਲਾ ਗਿਆ। ਲੱਗਦਾ ਸੀ ਉਸ ਨੂੰ ਭੁੱਖ ਲੱਗੀ ਸੀ, ਇਸ ਕਰਕੇ ਉਹ ਦੁਬਾਰਾ ਵਾਪਸ ਆਇਆ ਸੀ ਅਤੇ ਫਿਰ ਆ ਕੇ ਉਸ ਮੁਰਦੇ ਦੇ ਹੱਥ ਸੁੰਘੇ, ਉਸਨੇ ਉਸ ਦਾ ਸਿਰ ਸੁੰਘਿਆ ਮੁਰਦੇ ਦਾ। ਫਿਰ ਉਹ ਬਘਿਆੜ ਮੁਰਦੇ ਨੂੰ ਬਿਨਾਂ ਖਾਧੇ ਹੀ ਵਾਪਸ ਚਲਾ ਗਿਆ ਅਤੇ ਮੁੜ ਕੇ ਨਹੀਂ ਆਇਆ। ਭਾਈ ਮਰਦਾਨਾ ਜੀ ਇਹ ਸਾਰਾ ਕੁਝ ਦੇਖ ਰਹੇ ਸਨ, ਪਰ ਗੁਰੂ ਨਾਨਕ ਦੇਵ ਜੀ ਸਮਾਧੀ ਵਿੱਚ ਲੀਨ ਸਨ। ਜਦੋਂ ਕੀਰਤਨ ਦੀ ਸਮਾਪਤੀ ਹੋਈ ਅਤੇ ਗੁਰੂ ਜੀ ਸਮਾਧੀ ਤੋਂ ਉਪਰਾਮ ਹੋਏ ਤਾਂ ਗੁਰੂ ਜੀ ਤੋਂ ਮਰਦਾਨੇ ਨੇ ਪੁੱਛਿਆ, ਕਿਹਾ ਮਹਾਰਾਜ ਜੀ, ਮੈਂ ਕੀਰਤਨ ਕਰਦਿਆਂ ਹੋਇਆਂ ਦੇਖਿਆ ਕਿ ਇੱਕ ਬਾਘ ਇੱਥੇ ਮੁਰਦੇ ਕੋਲ ਆਇਆ, ਪਰ ਮੈਂ ਹੈਰਾਨ ਹਾਂ ਕਿ ਉਸਨੇ ਇਸ ਮੁਰਦੇ ਨੂੰ ਖਾਧਾ ਨਹੀਂ। ਉਹ 2-3 ਵਾਰ ਵਾਪਸ ਮੁੜ ਕੇ ਆਇਆ ਸੀ। ਲੱਗਦਾ ਸੀ ਕਿ ਉਸਨੂੰ ਭੁੱਖ ਲੱਗੀ ਸੀ, ਪਰ ਉਹ ਸਰੀਰ ਦੇ ਸਾਰੇ ਅੰਗਾਂ ਨੂੰ ਸੁੰਘ ਕੇ ਵਾਪਸ ਚਲਾ ਗਿਆ। ਗੁਰੂ ਜੀ ਨੇ ਕਿਹਾ, ਮਰਦਾਨਿਆ, ਉਸ ਦੇ ਕੰਨਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣ ਲਿਆ ਸੀ ਅਤੇ ਕੰਨਾਂ ਰਾਹੀਂ ਨਾਮ ਉਸ ਦੇ ਹਿਰਦੇ ਵਿੱਚ ਵਾਸਾ ਕਰ ਗਿਆ, ਜਿਸ ਕਰਕੇ ਪਰਮੇਸ਼ਰ ਦੇ ਨਾਮ ਨੇ ਉਸ ਦੀ ਆਤਮਾ ਨੂੰ ਪਵਿੱਤਰ ਕਰ ਦਿੱਤਾ ਅਤੇ ਉਸ ਨੂੰ ਆਤਮਿਕ ਗਿਆਨ ਹੋ ਗਿਆ। ਉਸਨੇ ਇਸ ਮੁਰਦੇ ਨੂੰ ਇਸ ਕਰਕੇ ਨਹੀਂ ਖਾਧਾ ਕਿਉਂਕਿ ਇਸ ਮੁਰਦੇ ਸਰੀਰ ਵਾਲੇ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ। ਉਸਨੇ
ਇਸ ਦਾ ਸਿਰ ਅਤੇ ਹੱਥ ਪੈਰ ਇਸ ਕਰਕੇ ਸੁੰਗੇ ਸਨ, ਸ਼ਾਇਦ ਇਸ ਨੇ ਕਦੇ ਆਪਣੇ ਇਸ਼ਟ ਦੇਵ ਗੁਰੂ ਅੱਗੇ ਸਿਰ ਝੁਕਾਇਆ ਹੋਵੇ, ਕਦੇ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਗਿਆ ਹੋਵੇ, ਕਦੇ ਕਿਸੇ ਸਾਧੂ ਸੰਤ ਦੀ ਹੱਥਾਂ ਨਾਲ ਸੇਵਾ ਕੀਤੀ ਹੋਵੇ, ਪਰ ਇਸ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਇਹੋ ਜਿਹਾ ਨੇਕੀ ਵਾਲਾ ਕੰਮ ਇਸ ਨੇ ਕੋਈ ਨਹੀਂ ਕੀਤਾ ਸੀ। ਇਸ ਲਈ ਉਹ ਬਾਗ ਨੇ ਸੋਚਿਆ ਕਿ ਬੜੀ ਮੁਸ਼ਕਲ ਨਾਲ ਤਾਂ ਮੈਂ ਰੱਬੀ ਬਾਣੀ ਰੱਬੀ ਬਾਣੀ ਸੁਣ ਕੇ ਪਵਿੱਤਰ ਹੋਇਆ, ਮੇਰਾ ਜੀਵਨ ਸਫਲ ਹੋਇਆ। ਹੁਣ ਇਸ ਪਾਪੀ ਪੁਰਸ਼ ਦੇ ਸਰੀਰ ਨੂੰ ਖਾ ਕੇ ਦੁਬਾਰਾ ਫਿਰ ਤੋਂ ਉਹੋ ਜਿਹਾ ਨਾ ਬਣ ਜਾਵਾਂ। ਇਸ ਲਈ ਉਸ ਨੇ ਇਸ ਮੁਰਦੇ ਨੂੰ ਨਹੀਂ ਖਾਧਾ। ਉਸ ਦੇ ਉੱਪਰ ਕਰਤਾਰ ਦੀ ਮਿਹਰ ਹੋ ਗਈ ਆ ਅਤੇ ਹੁਣ ਉਹ ਜੀਵਨ ਮੁਕਤ ਹੋ ਗਿਆ, ਅੰਤ ਸਮੇਂ ਮੁਕਤੀ ਪ੍ਰਾਪਤ ਕਰੇਗਾ। ਸੋ ਸੰਗਤ ਜੀ, ਇਹ ਸੀ ਰੱਬੀ ਪੁਰਸ਼ਾਂ ਪਾਸੋਂ ਪਰਮੇਸ਼ਰ ਦਾ ਨਾਮ ਸੁਣਨ ਦਾ ਮਹਾਤਮ। ਸਤਪੁਰਸ਼ ਜਾਂ ਕਮਾਈ ਵਾਲੇ ਪੁਰਸ਼ ਥੋੜ੍ਹਾ ਜਿਹਾ ਵੀ ਰੱਬੀ ਗਿਆਨ ਦਾ ਵਿਖਿਆਨ ਕਰਦੇ ਹਨ ਤਾਂ ਪਾਪੀ ਤੋਂ ਪਾਪੀ ਹਿਰਦੇ ਉੱਪਰ ਵੀ ਬਹੁਤ ਜਲਦੀ ਅਸਰ ਹੋ ਜਾਂਦਾ ਹੈ। ਇਹ ਵੀ ਇੱਕ ਤਰ੍ਹਾਂ ਦਾ ਨਾਲ ਤੁਸੀਂ ਵਕਤੇ ਦਾ ਗੁਣ ਸਮਝੋ। ਇਹ ਵਕਤੇ ਦਾ ਗੁਣ ਆ ਕਿ ਉਸ ਦੇ ਬੋਲਾਂ ਵਿੱਚ ਗੁਰੂਆਂ ਦੇ ਬੋਲਾਂ ਵਰਗੀ ਪਾਵਰ ਹੋਵੇ, ਅਸਰ ਹੋਵੇ। ਦੂਜਾ ਪ੍ਰਮਾਣ, ਇੱਕ ਗਾਥਾ ਆਪ ਜੀ ਨੇ ਬਹੁਤ ਵਾਰੀ ਸੁਣੀ ਹੋਣੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਗੁਰੂ ਸ਼ਬਦ ਦੀ ਵਿਚਾਰ ਅਤੇ ਗੁਰੂ ਜੀ ਆਪਣੇ ਬਚਨਾਂ ਰਾਹੀਂ ਵੀ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿੰਦੇ ਸਨ। ਗੁਰੂ ਜੀ ਕੋਲ ਇੱਕ ਸੁਥਰੇ ਸ਼ਾਹ ਨਾਮ ਦਾ ਇੱਕ ਸਿੱਖ ਰਹਿੰਦਾ ਸੀ, ਜੋ ਸਿੱਖੀ ਸਿਧਾਂਤ ਸਮਝਾਉਣ ਵਾਸਤੇ ਕੋਈ ਨਾ ਕੋਈ ਨੋਕ ਝੋਕ ਕਰਦਾ ਹੀ ਰਹਿੰਦਾ ਸੀ। ਉਹ ਸਿੱਖਾਂ ਨੂੰ ਹਸਾਉਂਦਾ ਸੀ, ਪਰ ਉਸ ਦੇ ਵਿਅੰਗ ਵਿੱਚ ਗਿਆਨ ਤੇ ਸਮਝਦਾਰੀ ਹੁੰਦੀ ਸੀ। ਇੱਕ ਵਾਰ ਦੀ ਗੱਲ ਹੈ ਕਿ ਦੀਵਾਨ ਦੀ ਸਮਾਪਤੀ ਤੋਂ ਬਾਅਦ ਕੁਝ ਸਿੱਖ ਬਾਹਰ ਖੜੇ ਹੋ ਕੇ ਦੂਜਿਆਂ ਦੀਆਂ ਚੁਗਲੀਆਂ ਕਰ ਰਹੇ ਸਨ। ਉਹਨਾਂ ਸਿੱਖਾਂ ਕੋਲੋਂ ਭਾਈ ਸੁਥਰੇ ਨੇ ਪੁੱਛਿਆ ਕਿ ਅੱਜ ਸੰਗਤ ਵਿੱਚ ਗੁਰੂ ਜੀ ਨੇ ਕੀ ਬਚਨ ਕੀਤੇ ਸਨ। ਉਹ ਸਿੱਖ ਕਹਿੰਦੇ ਵੀ ਸਾਨੂੰ ਚੰਗੀ ਤਰ੍ਹਾਂ ਯਾਦ ਨਹੀਂ। ਸੁਥਰੇ ਨੇ ਉਹਨਾਂ ਨੂੰ ਦਰਫਿੱਟੇ ਮੂੰਹ ਆਖਿਆ। ਇਹ ਸੁਣ ਕੇ ਉਹ ਸਿੱਖ ਉਸ ਨੂੰ ਮਾਰਨ ਲੱਗੇ ਤੇ ਸੁਥਰਾ ਭੱਜ ਗਿਆ। ਕਈ ਦਿਨਾਂ ਬਾਅਦ ਸੁਥਰਾ ਜੀ ਫਿਰ ਦਰਬਾਰ ਵਿੱਚ ਆ ਗਏ। ਉਹਨਾਂ ਸਿੱਖਾਂ ਨੇ ਸੁਥਰੇ ਨੂੰ ਮੱਥਾ ਟੇਕਦਿਆਂ ਦੇਖ ਲਿਆ ਅਤੇ ਕਥਾ ਦੇ ਚੱਲਦਿਆਂ ਹੀ ਉੱਥੇ ਬੈਠੇ ਬੈਠੇ ਵਿਉਂਤਾਂ ਬਣਾਉਣ ਲੱਗੇ ਕਿ ਅੱਜ ਆਪਾਂ ਇਸ ਨੂੰ ਜਾਣ ਨਹੀਂ ਦੇਣਾ। ਉਸ ਦਿਨ ਤਾਂ ਇਹ ਭੱਜ ਗਿਆ ਸੀ, ਬਸ ਬਾਹਰ ਨਿਕਲਦਿਆਂ ਸਾਰ ਹੀ ਇਸ ਨੂੰ ਘੇਰਾ ਪਾ ਲਿਓ। ਇਸ ਤਰ੍ਹਾਂ ਉਹਨਾਂ ਦਾ ਉਸ ਦਿਨ ਵੀ ਕਥਾ ਵਿੱਚ ਮਨ ਨਾ ਲੱਗਿਆ ਤੇ ਵਿਉਂਤਾਂ ਹੀ ਬਣਾਉਂਦੇ ਰਹੇ। ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਹਰ ਆ ਕੇ ਸਿੱਖਾਂ ਨੇ ਸੁਥਰੇ ਨੂੰ ਘੇਰ ਲਿਆ ਅਤੇ ਫੜ ਕੇ ਕੁੱਟਣ ਲੱਗੇ। ਸੁਥਰੇ ਨੇ ਪੁੱਛਿਆ ਕਿ ਤੁਸੀਂ ਮੈਨੂੰ ਕਿਉਂ ਕੁੱਟ ਰਹੇ ਹੋ? ਉਹਨਾਂ ਨੇ ਆਖਿਆ ਕਿ ਉਸ ਦਿਨ ਤੂੰ ਸਾਨੂੰ ਗਾਲ ਕੱਢ ਕੇ ਭੱਜਿਆ ਸੀ ਨਾ, ਅੱਜ ਅਸੀਂ ਤੇਰੀ ਚੰਗੀ ਤਰ੍ਹਾਂ ਸੇਵਾ ਕਰਾਂਗੇ। ਸੁਥਰੇ ਨੇ ਕਿਹਾ ਕਿ ਤੁਸੀਂ ਮੈਨੂੰ ਗੁਰੂ ਜੀ ਕੋਲ ਲੈ ਜਾਓ ਅਤੇ ਗੁਰੂ ਜੀ ਮੈਨੂੰ ਜੋ ਵੀ ਸਜ਼ਾ ਦੇਣਗੇ ਮੈਂ ਭੁਗਤਣ ਨੂੰ ਤਿਆਰ ਹਾਂ। ਇਹ ਸੁਣ ਕੇ ਸਿੱਖ ਬਹੁਤ ਖੁਸ਼ ਹੋਏ ਕਿ ਅੱਜ ਇਸ ਨੂੰ ਗੁਰੂ ਜੀ ਕੋਲੋਂ ਕੁੱਟ ਪਵਾਵਾਂਗੇ, ਕਿਉਂਕਿ ਅਸੀਂ ਸੱਚੇ ਹਾਂ। ਜਦੋਂ ਸੁਥਰੇ ਨੂੰ ਕੁੱਟਦੇ ਮਾਰਦੇ ਦਰਬਾਰ ਵਿੱਚ ਲੈ ਕੇ ਆਏ ਤਾਂ ਗੁਰੂ ਜੀ ਨੇ ਪੁੱਛਿਆ ਕਿ ਇਸ ਨੂੰ ਕਿਉਂ ਫੜਿਆ ਅਤੇ ਇਸ ਨੂੰ ਕਿਉਂ ਮਾਰ ਰਹੇ ਹੋ? ਸਿੱਖਾਂ ਨੇ ਆਖਿਆ, ਮਹਾਰਾਜ ਜੀ, ਕਈ ਦਿਨ ਪਹਿਲਾਂ ਇਹ ਸਾਨੂੰ ਗਾਲ ਦੇ ਕੇ ਭੱਜ ਗਿਆ ਸੀ, ਅੱਜ ਮਸਾਂ ਹੀ ਕਾਬੂ ਆਇਆ। ਗੁਰੂ ਜੀ ਨੇ ਸੁਥਰੇ ਨੂੰ ਪੁੱਛਿਆ, ਕਿਉਂ ਵੀ ਸੁਥਰਿਆ, ਤੂੰ ਇਹਨਾਂ ਨੂੰ ਗਾਲ ਦਿੱਤੀ ਸੀ? ਸੁਥਰੇ ਨੇ ਕਿਹਾ, ਮਹਾਰਾਜ, ਮੈਂ ਇਹਨਾਂ ਨੂੰ ਗਾਲ ਤਾਂ ਨਹੀਂ ਦਿੱਤੀ ਸੀ, ਪਰ ਹੋਰ ਕੁਝ ਜ਼ਰੂਰ ਆਖਿਆ ਸੀਗਾ। ਮੈਂ ਇਹਨਾਂ ਨੂੰ ਗਾਲ ਤਾਂ ਨਹੀਂ ਦਿੱਤੀ ਸੀ, ਪਰ ਹੋਰ ਕੁਝ ਜ਼ਰੂਰ ਆਖਿਆ ਸੀ। ਪਰ ਮੈਨੂੰ ਸਜ਼ਾ ਦੇਣ ਤੋਂ ਪਹਿਲਾਂ ਇਹਨਾਂ ਕੋਲ ਇਹ ਪੁੱਛੋ ਕਿ ਉਸ ਦਿਨ ਮੈਂ ਇਹਨਾਂ ਨੂੰ ਕਿਹੜੀ ਗਾਲ ਕੱਢੀ ਸੀ। ਜਦੋਂ ਗੁਰੂ ਜੀ ਨੇ ਪੁੱਛਿਆ ਤਾਂ ਸਿੱਖ ਕਹਿੰਦੇ, ਗੁਰੂ ਜੀ, ਇਸ ਨੇ ਸਾਨੂੰ ਦਰਫਿੱਟੇ ਮੂੰਹ ਆਖਿਆ ਸੀ। ਸੁਥਰਾ ਕਹਿੰਦਾ, ਮਹਾਰਾਜ, ਹੁਣ ਇਹਨਾਂ ਨੂੰ ਇਹ ਪੁੱਛੋ ਕਿ ਉਸ ਦਿਨ ਤੁਹਾਡੇ ਦਰਬਾਰ ਵਿੱਚੋਂ ਕਿਹੜੀ ਕਥਾ ਸੁਣ ਕੇ ਆਏ ਸੀ ਅਤੇ ਅੱਜ ਦੇ ਦਰਬਾਰ ਵਿੱਚ ਇਹਨਾਂ ਨੇ ਕੀ ਸੁਣਿਆ। ਗੁਰੂ ਜੀ ਨੇ ਪੁੱਛਿਆ ਤਾਂ ਸਿੱਖ ਕਹਿੰਦੇ, ਇਹ ਤਾਂ ਸਾਨੂੰ ਯਾਦ ਨਹੀਂ। ਸੁਥਰਾ ਕਹਿੰਦਾ, ਮਹਾਰਾਜ,
ਇਹੀ ਗੱਲ ਤਾਂ ਇਹਨਾਂ ਨੂੰ ਮੈਂ ਉਸ ਦਿਨ ਪੁੱਛੀ ਸੀ ਕਿ ਅੱਜ ਦਰਬਾਰ ਵਿੱਚੋਂ ਕੀ ਸੁਣਿਆ। ਇਹ ਕਹਿੰਦੇ ਸਾਨੂੰ ਯਾਦ ਨਹੀਂ। ਮਹਾਰਾਜ ਕਥਾ ਨੂੰ ਇਹ ਇੱਕ ਘੜੀ ਪਲ ਵਿੱਚ ਹੀ ਭੁੱਲ ਗਏ। ਇਸੇ ਕਰਕੇ ਹੀ ਮੈਂ ਇਹਨਾਂ ਨੂੰ ਦਰਫਿੱਟੇ ਮੂੰਹ ਆਖਿਆ ਸੀ। ਮਹਾਰਾਜ ਉਸ ਦਿਨ ਦੀ ਕਥਾ, ਉਸ ਦਿਨ ਦੀ ਸੁਣੀ ਕਥਾ ਇਹਨਾਂ ਨੂੰ ਉਸ ਦਿਨ ਵੀ ਯਾਦ ਨਹੀਂ ਸੀ ਅਤੇ 1 ਮਹੀਨੇ ਬਾਅਦ ਵੀ ਯਾਦ ਨਹੀਂ ਹੈ। ਪਰ 1 ਮਹੀਨੇ ਪਹਿਲਾਂ ਕੱਢੀ ਹੋਈ ਗਾਲ ਇਹਨਾਂ ਨੂੰ ਅੱਜ ਵੀ ਯਾਦ ਹੈ। ਪਰ ਅੱਜ ਦੀ ਸੁਣੀ ਹੋਈ ਕਥਾ ਵੀ ਇਹਨਾਂ ਨੂੰ ਯਾਦ ਨਹੀਂ ਹੈ। ਹੇ ਗੁਰੂ ਜੀ, ਮੈਂ ਤਾਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਨੂੰ ਰੱਬ ਦਾ ਨਾਮ ਅਤੇ ਰੱਬ ਦੀਆਂ ਗੱਲਾਂ ਤਾਂ ਘੜੀ ਪਲ ਵਿੱਚ ਭੁੱਲ ਜਾਂਦੀਆਂ ਹਨ, ਪਰ ਬੁਰਾਈਆਂ ਨੂੰ, ਵਿਕਾਰਾਂ ਨੂੰ ਅਤੇ ਦੁਸ਼ਮਣੀਆਂ ਨੂੰ ਮਨੁੱਖ ਸਦੀਆਂ ਤੱਕ ਯਾਦ ਰੱਖਦਾ ਹੈ। ਸੋ ਸੰਗਤ ਜੀ, ਇਸ ਸਾਖੀ ਦਾ ਇਹੋ ਅਰਥ ਹੈ ਕਿ ਸਾਨੂੰ ਸਤ ਸੰਗਤ ਵਿੱਚ ਜਾ ਕੇ ਮਨ ਦੇ ਵਿਕਾਰਾਂ ਅਤੇ ਵਿਚਾਰਾਂ ਨੂੰ ਰੋਕ ਕੇ ਗੁਰੂ ਸ਼ਬਦ ਦੀ ਵਿਚਾਰ ਸੁਣਨੀ ਚਾਹੀਦੀ ਹੈ। ਅੱਖਾਂ ਰੂਪੀ ਇੰਦਰੀਆਂ ਨੂੰ ਆਸੇ ਪਾਸੇ ਦੇਖਣ ਤੋਂ ਰੋਕਣਾ ਚਾਹੀਦਾ। ਅੱਖਾਂ ਬੰਦ ਕਰਕੇ ਸ਼ੈਤਾਨ ਰੂਪੀ ਮਨ ਨੂੰ ਇੱਧਰ ਉੱਧਰ ਜਾਣ ਤੋਂ ਹੋੜਨਾ ਚਾਹੀਦਾ। ਆਪਣੀ ਸੁਰਤ ਨੂੰ ਸਾਖੀ ਦੇ ਨਾਲ ਨਾਲ ਤੋਰਨਾ ਚਾਹੀਦਾ। ਫੇਰ ਕਿਤੇ ਜਾ ਕੇ ਹਿਰਦੇ ਵਿੱਚ ਸੱਚ ਦਾ ਵਾਸਾ ਹੁੰਦਾ। ਤੀਜਾ ਪ੍ਰਮਾਣ, ਜਿਸ ਤਰ੍ਹਾਂ ਭੂਮੀਆ ਇੱਕ ਚੋਰ ਸੀ, ਪਰ ਜਦੋਂ ਉਸ ਦੀ ਗੁਰੂ ਨਾਨਕ ਦੇਵ ਜੀ ਨਾਲ ਭੇਟ ਹੋਈ ਤਾਂ ਦਰਸ਼ਨ ਕਰਦਿਆਂ ਸਾਰ ਉਸ ਦਾ ਹਿਰਦਾ ਸ਼ਾਂਤ ਹੋ ਗਿਆ। ਗੁਰੂ ਜੀ ਦੇ ਪਵਿੱਤਰ ਬਚਨ ਸੁਣ ਕੇ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ਰਧਾ ਨਾਲ ਭਰ ਗਿਆ ਸੀ। ਜਦੋਂ ਉਸ ਵੱਲੋਂ ਲਿਆਂਦਾ ਹੋਇਆ ਭੋਜਨ ਗੁਰੂ ਜੀ ਨੇ ਖਾਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਬੇਨਤੀ ਕੀਤੀ ਕਿ ਮਹਾਰਾਜ, ਤੁਸੀਂ ਮੇਰਾ ਲਿਆਂਦਾ ਭੋਜਨ ਕਿਉਂ ਨਹੀਂ ਖਾਂਦੇ ਅਤੇ ਉਹ ਕਿਹੜਾ ਕੰਮ ਕਰੀਏ ਜਿਸ ਨਾਲ ਤੁਸੀਂ ਸਾਡਾ ਭੋਜਨ ਛਕ ਲਵੋ। ਗੁਰੂ ਜੀ ਨੇ ਕਿਹਾ, ਭੂਮੀਆਂ, ਤੂੰ ਚੋਰੀ ਕਰਨਾ ਛੱਡੇਂਗਾ ਤਾਂ ਅਸੀਂ ਤੇਰਾ ਭੋਜਨ ਛਕਾਂਗੇ। ਭੂਮੀਏ ਨੇ ਕਿਹਾ, ਮਹਾਰਾਜ, ਇਹ ਕੰਮ ਮੇਰੇ ਕੋਲੋਂ ਛੁੱਟਣਾ ਨਹੀਂ। ਹਾਂ, ਮੈਂ ਇੱਕ ਕੰਮ ਕਰ ਸਕਦਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਗਰੀਬ ਤੇ ਮਾੜੇ ਬੰਦੇ ਦੀ ਚੋਰੀ ਨਹੀਂ ਕਰਾਂਗਾ। ਰਾਜੇ ਤੇ ਧਨਾੜ ਬੰਦਿਆਂ ਦੀ ਚੋਰੀ ਕਰਕੇ ਗਰੀਬਾਂ ਵਿੱਚ ਵੰਡ ਦਿਆ ਕਰਾਂਗਾ। ਗੁਰੂ ਜੀ ਨੇ ਕਿਹਾ, ਠੀਕ ਹੈ ਭੂਮੀਆ, ਪਰ ਨਾਲ ਨਾਲ ਸਾਡੀਆਂ 3 ਗੱਲਾਂ ਦੀ ਕਮਾਈ ਵੀ ਕਰੀ। ਇਹਨਾਂ ਨੂੰ ਮੰਨੀ ਅਤੇ ਇਹਨਾਂ ਉੱਤੇ ਪਹਿਰਾ ਵੀ ਦੇਈ। ਭੂਮੀਏ ਨੇ ਕਿਹਾ, ਮਹਾਰਾਜ, ਉਹ ਕਿਹੜੀਆਂ 3 ਗੱਲਾਂ ਹਨ? ਗੁਰੂ ਜੀ ਨੇ ਕਿਹਾ, ਉਹ 3 ਗੱਲਾਂ ਇਹ ਹਨ ਕਿ ਇੱਕ ਤਾਂ ਕਦੇ ਝੂਠ ਨਾ ਬੋਲੀ, ਦੂਜਾ ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕਰੀ, ਤੀਜਾ ਕਿਸੇ ਗਰੀਬ ਤੇ ਬੇਗਨਾਹ ਉੱਤੇ ਜ਼ੁਲਮ ਨਾ ਕਰੀ ਅਤੇ ਨਾ ਹੀ ਇਸ ਦਾ ਕਾਰਨ ਬਣੀ। ਗੁਰੂ ਜੀ ਨੇ ਭੂਮੀਏ ਨੂੰ ਇਸ ਗੱਲ ਦੀ ਇਜਾਜ਼ਤ ਤਾਂ ਹੀ ਦਿੱਤੀ ਸੀ। ਗੁਰੂ ਜੀ ਨੇ ਭੂਮੀਏ ਨੂੰ ਇਸ ਗੱਲ ਦੀ ਇਜਾਜ਼ਤ ਤਾਂ ਹੀ ਦਿੱਤੀ ਸੀ ਕਿ ਅੰਤਰਜਾਮੀ ਗੁਰੂ ਜੀ ਜਾਣਦੇ ਸਨ ਕਿ ਇਸ ਕਰਮ ਕਰਨ ਨਾਲ ਹੀ ਇਸ ਦਾ ਅਤੇ ਇਸ ਦੇ ਸਾਥੀਆਂ ਦਾ ਉਧਾਰ ਹੋ ਜਾਵੇਗਾ। ਇਹ ਇਸ ਤਰ੍ਹਾਂ ਕਰੇਗਾ ਤੇ ਫੇਰ ਹੀ ਸਤਸੰਗੀਆਂ ਵਿੱਚ ਵਾਧਾ ਹੋਵੇਗਾ। ਚੋਰੀ ਦੀ ਆਦਤ ਤਾਂ ਇਸ ਦੀ ਆਪਣੇ ਆਪ ਹੀ ਛੁੱਟ ਜਾਣੀ ਹੈ ਜਦੋਂ ਸੱਚ ਦਾ ਰੰਗ ਚੜ੍ਹ ਜਾਵੇਗਾ। ਭੂਮੀਏ ਨੇ ਕਿਹਾ, ਸਤਿਵਚਨ ਮਹਾਰਾਜ, ਅੱਜ ਤੋਂ ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖਾਂਗਾ ਅਤੇ ਇਸ ਨੂੰ ਆਪਣੇ ਤਨ ਮਨ ਨਾਲ ਨਿਭਾਵਾਂਗਾ। ਬਾਅਦ ਵਿੱਚ ਉੱਥੇ ਗੁਰੂ ਜੀ ਨੇ ਇੱਕ ਧਰਮਸ਼ਾਲਾ ਬਣਵਾਈ ਅਤੇ ਉਹ ਕਈ ਦਿਨ ਗੁਰੂ ਜੀ ਦੀ ਸਤਸੰਗ ਕਰਦਾ ਰਿਹਾ, ਸੰਗਤ ਕਰਦਾ ਰਿਹਾ। ਇੱਕ ਦਿਨ ਗੁਰੂ ਜੀ ਜਗਤ ਨੂੰ ਤਾਰਨ ਵਾਸਤੇ ਅੱਗੇ ਨਿਕਲ ਗਏ। ਇੱਕ ਵਾਰ ਬਹੁਤ ਸੋਹਣੇ ਘੋੜੇ ਉੱਤੇ ਚੜ੍ਹ ਕੇ, ਸੁੰਦਰ ਪੁਸ਼ਾਕ ਪਾ ਕੇ ਰਾਤ ਨੂੰ ਭੂਮੀਆ ਰਾਜੇ ਦੇ ਮਹਿਲਾਂ ਦੀ ਚੋਰੀ ਕਰਨ ਗਿਆ ਤਾਂ ਮਹਿਲਾਂ ਦੇ ਦਰਵਾਜ਼ੇ ਵਾਲੇ ਪਹਿਰੇਦਾਰਾਂ ਨੇ ਪੁੱਛਿਆ ਵੀ ਤੂੰ ਕੌਣ ਹੈ? ਉਸਨੇ ਕਿਹਾ, ਮੈਂ ਚੋਰ ਹਾਂ। ਇਸ ਤਰ੍ਹਾਂ ਕਹਿ ਕੇ ਉਸਨੇ ਗੁਰੂ ਜੀ ਨੂੰ ਦਿੱਤਾ ਬਚਨ ਪੂਰਾ ਕਰ ਦਿੱਤਾ, ਝੂਠ ਨਹੀਂ ਬੋਲਿਆ, ਕਿਉਂਕਿ ਗੁਰੂ ਜੀ ਨੇ ਉਸਨੂੰ ਆਖਿਆ ਸੀ ਕਿ ਤੂੰ ਚੋਰੀ ਭਲਾ ਹੀ ਕਰਨਾ ਪਰ ਝੂਠ ਨਹੀਂ ਬੋਲਣਾ। ਪਹਿਰੇਦਾਰਾਂ ਨੇ ਸੋਚਿਆ ਵੀ ਇਹ ਸਾਨੂੰ ਮਜ਼ਾਕ ਕਰਦਾ, ਰਾਜੇ ਦਾ ਕੋਈ ਰਿਸ਼ਤੇਦਾਰ ਹੋਣਾ, ਭਲਾ ਚੋਰ ਕਦੇ ਕਹਿੰਦਾ ਕਿ ਮੈਂ ਚੋਰ ਹਾਂ? ਨਾਲੇ ਚੋਰ ਰਾਜਿਆਂ ਵਰਗੇ ਕੱਪੜੇ ਥੋੜ੍ਹਾ ਪਾਉਂਦਾ।
ਉਹਨਾਂ ਨੇ ਇਹ ਸੋਚ ਕੇ ਅੰਦਰ ਜਾਣ ਵਾਸਤੇ ਭੂਮੀਏ ਨੂੰ ਦਰਵਾਜ਼ਾ ਖੋਲ੍ਹ ਦਿੱਤਾ। ਭੂਮੀਏ ਨੇ ਰਾਜੇ ਦੇ ਮਹਿਲਾਂ ਵਿੱਚ ਜਾ ਕੇ ਸਾਰਾ ਕੀਮਤੀ ਸਮਾਨ ਇਕੱਠਾ ਕਰ ਲਿਆ ਅਤੇ ਇੱਕ ਗਠੜੀ ਬੰਨ੍ਹ ਲਈ। ਕਾਫੀ ਰਾਤ ਬੀਤ ਜਾਣ ਕਰਕੇ ਉਸ ਨੂੰ ਅਚਾਨਕ ਭੁੱਖ ਲੱਗੀ ਅਤੇ ਕੁਝ ਖਾਣ ਵਾਸਤੇ ਉਹ ਰਾਜੇ ਦੀ ਰਸੋਈ ਵਿੱਚ ਚਲਿਆ ਗਿਆ। ਰਸੋਈ ਵਿੱਚ ਹਨੇਰਾ ਸੀ, ਪਰ ਖਿੜਕੀ ਰਾਹੀਂ ਚੰਦਰਮਾ ਦੀ ਰੋਸ਼ਨੀ ਰਸੋਈ ਵਿੱਚ ਆਉਂਦੀ ਸੀ। ਅੱਗੇ ਇੱਕ ਥਾਲੀ ਵਿੱਚ ਕੁਝ ਖਾਣ ਵਾਸਤੇ ਪਿਆ ਹੋਇਆ ਸੀ। ਭੂਮੀਏ ਨੇ ਉਸ ਖਾਣ ਵਾਲੇ ਪਦਾਰਥ ਨੂੰ ਖਾਧਾ, ਪਰ ਉਹ ਨਮਕੀਨ ਤੇ ਸਵਾਦਿਸ਼ਟ ਸੀ। ਉਸਨੇ ਥਾਲੀ ਵਾਲੇ ਪਦਾਰਥ ਨੂੰ ਹਾਲੀ ਅੱਧਾ ਹੀ ਖਾਧਾ ਸੀ ਕਿ ਉਸ ਨੂੰ ਗੁਰੂ ਜੀ ਦਾ ਬਚਨ ਯਾਦ ਆ ਗਿਆ ਕਿ ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕਰੀ। ਭੂਮੀਏ ਨੇ ਉਹ ਸਵਾਦਿਸ਼ਟ ਪਦਾਰਥ ਅੱਧ ਵਿੱਚ ਹੀ ਛੱਡ ਦਿੱਤਾ ਅਤੇ ਚੋਰੀ ਕੀਤੇ ਸਮਾਨ ਵਾਲੀ ਗਠੜੀ ਵੀ ਉੱਥੇ ਹੀ ਛੱਡ ਦਿੱਤੀ। ਫਿਰ ਉਹ ਆਪਣੇ ਘੋੜੇ ਉੱਤੇ ਚੜ੍ਹ ਕੇ ਸੰਤਰੀਆਂ ਦੇ ਕੋਲ ਦੀ ਆਰਾਮ ਨਾਲ ਬਾਹਰ ਨਿਕਲ ਕੇ ਆਪਣੇ ਰਸਤੇ ਪੈ ਗਿਆ। ਸਵੇਰ ਹੁੰਦਿਆਂ ਹੀ ਮਹਿਲਾਂ ਵਿੱਚ ਰੌਲਾ ਪੈ ਗਿਆ ਕਿ ਰਾਤ ਚੋਰ ਆਇਆ ਸੀ, ਪਰ ਚੋਰੀ ਕੀਤਾ ਸਮਾਨ ਬੰਨਿਆ ਬਣਾਇਆ ਛੱਡ ਗਿਆ ਅਤੇ ਕੁਝ ਨਾਲ ਵੀ ਨਹੀਂ ਲੈ ਕੇ ਗਿਆ। ਰਾਜੇ ਨੇ ਰਾਤ ਦੇ ਪਹਿਰੇਦਾਰਾਂ ਨੂੰ ਪੁੱਛਿਆ ਕਿ ਰਾਤ ਕੌਣ ਆਇਆ ਸੀ। ਉਹਨਾਂ ਨੇ ਦੱਸਿਆ ਕਿ ਮਹਾਰਾਜ, ਰਾਤ ਬਹੁਤ ਸੋਹਣੇ ਕੱਪੜਿਆਂ ਵਾਲਾ ਇੱਕ ਜਵਾਨ ਤੇ ਸੁੰਦਰ ਮਨੁੱਖ ਘੋੜੇ ਉੱਤੇ ਚੜ੍ਹ ਕੇ ਆਇਆ ਸੀ ਅਤੇ ਜਦ ਅਸੀਂ ਪੁੱਛਿਆ ਕਿ ਤੂੰ ਕੌਣ ਆ ਤਾਂ ਉਹ ਅੱਗੋਂ ਕਹਿੰਦਾ ਮੈਂ ਚੋਰ ਆ। ਅਸੀਂ ਜਾਣਿਆ ਕਿ ਉਹ ਤੁਹਾਡਾ ਕੋਈ ਰਿਸ਼ਤੇਦਾਰ ਹੋਵੇਗਾ, ਸਾਨੂੰ ਮਜ਼ਾਕ ਕਰਦਾ। ਭਲਾ ਚੋਰ ਥੋੜ੍ਹੇ ਹੀ ਇਹ ਗੱਲ ਕਹਿੰਦਾ ਕਿ ਮੈਂ ਚੋਰ ਹਾਂ। ਅਸੀਂ ਉਸ ਨੂੰ ਅੰਦਰ ਆਉਣ ਦਿੱਤਾ ਅਤੇ ਜਾਣ ਲੱਗਿਆ ਉਹ ਖਾਲੀ ਹੱਥ ਹੀ ਗਿਆ ਸੀ, ਜਿਸ ਨਾਲ ਸਾਡਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਇਹ ਤੁਹਾਡਾ ਰਿਸ਼ਤੇਦਾਰ ਹੀ ਹੈ। ਰਾਜੇ ਨੇ ਸਾਰੀ ਵਾਰਤਾ ਸੁਣ ਕੇ ਆਪਣੇ ਰਾਜ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਜੋ ਵੀ ਰਾਤ ਚੋਰੀ ਕਰਨ ਆਇਆ ਸੀ ਉਹ ਆਪਣੇ ਆਪ ਰਾਜੇ ਅੱਗੇ ਪੇਸ਼ ਹੋ ਜਾਵੇ, ਉਸ ਨੂੰ ਅਸੀਂ ਕੁਝ ਨਹੀਂ ਆਖਾਂਗੇ। ਜਦ 2 ਦਿਨ ਬੀਤ ਗਏ ਤਾਂ ਕੋਈ ਨਾ ਆਇਆ। ਰਾਜੇ ਨੇ ਇਨਾਮੀ ਚੋਰਾਂ ਅਤੇ ਹੋਰ ਛੋਟੇ ਮੋਟੇ ਚੋਰਾਂ ਨੂੰ ਪਕੜ ਕੇ ਤੰਗ ਕਰਨਾ ਸ਼ੁਰੂ ਕਰਤਾ ਤਾਂ ਕਿ ਉਹ ਚੋਰੀ ਕਰਨਾ ਮੰਨ ਜਾਣ ਅਤੇ ਚੋਰੀ ਦਾ ਸਮਾਨ ਛੱਡ ਕੇ ਜਾਣ ਦੇ ਕਾਰਨ ਦਾ ਵੀ ਪਤਾ ਲੱਗ ਸਕੇ। ਜਦ ਇਸ ਗੱਲ ਦਾ ਭੂਮੀਏ ਨੂੰ ਪਤਾ ਲੱਗਾ ਕਿ ਰਾਜਾ ਚੋਰੀ ਦਾ ਪਤਾ ਕਰਨ ਵਾਸਤੇ ਬੇਗੁਨਾਹ ਲੋਕਾਂ ਦੀ ਮਾਰ ਕੁਟਾਈ ਕਰ ਰਿਹਾ, ਤਾਂ ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਤੀਸਰਾ ਬਚਨ ਯਾਦ ਆਇਆ ਕਿ ਕਿਸੇ ਗਰੀਬ ਤੇ ਬੇਗੁਨਾਹ ਉੱਤੇ ਜ਼ੁਲਮ ਨਾ ਕਰੀ ਅਤੇ ਨਾ ਹੀ ਇਸ ਦਾ ਕਾਰਨ ਬਣੀ। ਤਾਂ ਭੂਮੀਆ ਉਸੇ ਵੇਲੇ ਰਾਜੇ ਕੋਲ ਗਿਆ ਅਤੇ ਉਸ ਨੂੰ ਆਖਿਆ, ਹੇ ਰਾਜਨ, ਤੇਰੇ ਮਹਿਲਾਂ ਵਿੱਚ ਚੋਰੀ ਕਰਨ ਵਾਸਤੇ ਮੈਂ ਆਇਆ ਸੀ। ਰਾਜੇ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਭੂਮੀਏ ਨੇ ਆਖਿਆ, ਮੇਰਾ ਨਾਮ ਭੂਮੀਆ ਹੈ। ਰਾਜੇ ਨੇ ਪੁੱਛਿਆ, ਤੂੰ ਸਾਡੇ ਮਹਿਲਾਂ ਵਿੱਚ ਚੋਰੀ ਤਾਂ ਕੀਤੀ, ਪਰ ਚੋਰੀ ਕੀਤਾ ਸਮਾਨ ਬੰਨਿਆ ਬਣਾਇਆ ਕਿਉਂ ਛੱਡ ਗਿਆ? ਭੂਮੀਏ ਨੇ ਆਖਿਆ ਕਿ ਮੈਂ ਚੋਰ ਜ਼ਰੂਰ ਹਾਂ, ਪਰ ਮੈਨੂੰ ਗੁਰੂ ਨਾਨਕ ਦੀ ਸੰਗਤ ਪ੍ਰਾਪਤ ਹੋਈ ਆ। ਮੇਰਾ ਗੁਰੂ ਨਾਨਕ ਹੈ, ਜਿਸ ਦੀ ਬਾਣੀ ਵਿੱਚ ਆਤਮਿਕ ਆਨੰਦ ਹੈ ਅਤੇ ਉਹ ਸੰਸਾਰ ਦੇ ਮਨੁੱਖਾਂ ਨੂੰ ਸੱਚ ਦਾ ਮਾਰਗ ਦਰਸਾਉਂਦੇ ਹਨ। ਪਰ ਮੇਰੇ ਮਨ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਸ਼ੰਕਾ ਸੀ ਕਿ ਇਸ ਰੱਬੀ ਮੂਰਤ ਨੇ ਮੈਨੂੰ ਚੋਰੀ ਕਰਨ ਦੀ ਇਜਾਜ਼ਤ ਕਿਵੇਂ ਦੇ ਦਿੱਤੀ। ਫਿਰ ਮੈਂ ਸੋਚਦਾ ਸੀ ਕਿ ਸ਼ਾਇਦ ਇਸ ਵਿੱਚ ਵੀ ਇਸ ਰੱਬੀ ਬੰਦੇ ਦੀ ਕੋਈ ਰਮਜ ਹੋਣੀ ਹੈ। ਸੋ ਹੇ ਰਾਜਨ, ਅੱਜ ਮੇਰਾ ਉਹ ਸ਼ੰਕਾ ਵੀ ਨਿਵਰਤ ਹੋ ਗਿਆ ਅਤੇ ਉਸ ਦੀ ਰਮਜ ਦੀ ਸਮਝ ਵੀ ਆ ਗਈ ਆ। ਮੈਂ ਉਸ ਬਾਬੇ ਨੂੰ ਆਖਿਆ ਸੀ ਕਿ ਮੇਰੀ ਚੋਰੀ ਵਾਲੀ ਆਦਤ ਛੁੱਟਣੀ ਨਹੀਂ, ਪਰ ਉਹ ਆਦਤ ਵੀ ਅੱਜ ਛੁੱਟ ਗਈ ਆ। ਉਸਨੇ ਮੈਨੂੰ ਚੋਰੀ ਕਰਨ ਦੀ ਇਜਾਜ਼ਤ ਤਾਂ ਦੇ ਦਿੱਤੀ ਸੀ, ਪਰ ਉਸਨੇ ਮੈਨੂੰ 3 ਬਚਨ ਕਮਾਉਣ ਵਾਸਤੇ ਕਿਹਾ ਸੀ। ਉਹ 3 ਬਚਨ ਇਹ ਸਨ, ਇੱਕ ਤਾਂ ਕਦੇ ਝੂਠ ਨਾ ਬੋਲੀ, ਦੂਜਾ ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕਰੀ, ਤੀਜਾ ਕਿਸੇ ਗਰੀਬ ਤੇ ਬੇਗੁਨਾਹ ਤੇ ਜ਼ੁਲਮ ਨਾ ਕਰੀ ਅਤੇ ਨਾ ਹੀ ਇਸ ਦਾ ਕਾਰਨ ਬਣੀ। ਸੋ ਹੇ ਰਾਜਨ, ਮੈਂ ਇਹ 3 ਬਚਨਾਂ ਦੀ ਕਮਾਈ ਕੀਤੀ ਆ। ਪਹਿਲਾ, ਮੈਂ ਤੇਰੇ ਪਹਿਰੇਦਾਰਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੌਣ ਹੈ। ਮੈਂ ਸੱਚ ਬੋਲਿਆ ਤੇ ਆਖਿਆ ਮੈਂ ਚੋਰ ਹਾਂ। ਇਸ ਦਾ ਮਤਲਬ ਹੈ ਕਿ ਸੱਚ ਨੂੰ ਕੋਈ ਰੋਕ ਨਹੀਂ ਸਕਦਾ। ਦੂਜਾ,
ਮੈਂ ਚੋਰੀ ਦਾ ਸਾਰਾ ਸਮਾਨ ਬੰਨਣ ਤੋਂ ਬਾਅਦ ਤੇਰੀ ਰਸੋਈ ਵਿੱਚ ਜਾ ਕੇ ਜਦ ਨਮਕੀਨ ਭੋਜਨ ਖਾਧਾ ਤਾਂ ਮੈਂ ਗੁਰੂ ਦੇ ਬਚਨਾਂ ਅਨੁਸਾਰ ਤੇਰਾ ਨਮਕ ਹਰਾਮ ਨਹੀਂ ਕੀਤਾ ਅਤੇ ਤੇਰੇ ਨਾਲ ਬੇਈਮਾਨੀ ਨਾ ਕਰਨ ਕਰਕੇ ਸਾਰਾ ਸਮਾਨ ਛੱਡ ਗਿਆ। ਤੀਜਾ, ਹੁਣ ਚੋਰ ਇੱਕ ਹੈ ਤੇ ਤੂੰ ਬਹੁਤ ਸਾਰੇ ਬੇਗੁਨਾਹਾਂ ਉੱਤੇ ਜ਼ੁਲਮ ਕਰ ਰਿਹਾ ਅਤੇ ਮੇਰੇ ਗੁਰੂ ਨੇ ਆਖਿਆ ਸੀ ਕਿ ਕਿਸੇ ਉੱਤੇ ਜ਼ੁਲਮ ਨਾ ਕਰੀ ਤੇ ਨਾ ਤੇਰੇ ਕਰਕੇ ਕਿਸੇ ਉੱਤੇ ਜ਼ੁਲਮ ਹੋਵੇ। ਸੋ ਮੇਰੇ ਕਰਕੇ ਕਿੰਨੇ ਲੋਕਾਂ ਉੱਤੇ ਜ਼ੁਲਮ ਹੋ ਰਿਹਾ। ਹੁਣ ਤੂੰ ਇਹਨਾਂ ਨੂੰ ਛੱਡ ਦੇ ਤੇ ਮੈਨੂੰ ਸਜ਼ਾ ਦੇ। ਮੈਂ ਚਾਹੁੰਦਾ ਤਾਂ ਇੱਥੇ ਨਾ ਆਉਂਦਾ ਅਤੇ ਤੂੰ ਜ਼ਿੰਦਗੀ ਭਰ ਇਸੇ ਸੰਸੇ ਵਿੱਚ ਫਸਿਆ ਰਹਿੰਦਾ, ਪਰ ਮੈਂ ਆਪਣੇ ਗੁਰੂ ਨੂੰ ਦਿੱਤੇ ਬਚਨ ਨੂੰ ਪੂਰਿਆਂ ਕੀਤਾ ਅਤੇ ਮੈਂ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣਿਆ। ਇਹ ਵਾਰਤਾ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਅਤੇ ਭਾਈ ਭੂਮੀਏ ਨੂੰ ਆਖਿਆ ਕਿ ਮੈਨੂੰ ਵੀ ਉਸ ਪੂਰੇ ਗੁਰੂ ਦੇ ਦਰਸ਼ਨ ਕਰਵਾ ਦੇ ਜਿਸ ਨੇ ਤੈਨੂੰ ਇੰਨੀ ਉੱਚੀ ਮੱਤ ਦਿੱਤੀ ਹੈ। ਭੂਮੀਏ ਨੇ ਆਖਿਆ, ਰਾਜਨ, ਉਸ ਨੂੰ ਕਿਤੇ ਜਾ ਕੇ ਮਿਲਣ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਆਪਣੇ ਘਰ ਵਿੱਚ ਹੀ ਬੈਠ ਕੇ ਯਾਦ ਕਰੋ ਅਤੇ ਉਸ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਂਦੇ ਰਹੋ। ਉਹ ਪ੍ਰੇਮ ਦੇ ਬੱਝੇ ਹੋਏ ਆਪਣੇ ਆਪ ਆ ਕੇ ਦਰਸ਼ਨ ਦੇਣਗੇ। ਉਸ ਦਿਨ ਤੋਂ ਬਾਅਦ ਭਾਈ ਭੂਮੀਏ ਨੂੰ ਰਾਜੇ ਨੇ ਆਪਣੇ ਪਾਸ ਹੀ ਆਪਣਾ ਸਿਪਾ ਸਲਾਰ ਰੱਖ ਲਿਆ, ਜੋ ਰਾਜੇ ਨੂੰ ਗੁਰੂ ਨਾਨਕ ਦੀ ਬਾਣੀ ਤੇ ਉਹਨਾਂ ਦੇ ਅਮੋਲਕ ਵਚਨ ਸੁਣਾਉਂਦਾ ਰਹਿੰਦਾ ਸੀ। ਹੁਣ ਰਾਜਾ ਵੀ ਭਾਈ ਭੂਮੀਏ ਦੀ ਸੱਚ ਵਾਲੀ ਸੰਗਤ ਕਰਕੇ ਜਗ ਦਾ ਦੀਵਾ ਬਣ ਗਿਆ ਸੀ। ਸੋ ਸੰਗਤ ਜੀ, ਇਸ ਤਰ੍ਹਾਂ ਭਾਈ ਭੂਮੀਏ ਨੇ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਦੇ ਬਚਨਾਂ ਨੂੰ ਆਪਣੇ ਉੱਪਰ ਹੰਢਾਇਆ ਅਤੇ ਇੱਕ ਜਗਦਾ ਦੀਵਾ ਬਣ ਗਿਆ, ਜਿਸ ਤੋਂ ਇੱਕ ਹੋਰ ਦੀਵਾ ਜਗਿਆ। ਉਸ ਰਾਜੇ ਰੂਪੀ ਦੀਵੇ ਨੇ ਇੱਕ ਧਰਮਸ਼ਾਲਾ ਬਣਾ ਕੇ ਹੋਰ ਕਈ ਦੀਵੇ ਜਗਾਏ। ਸੋ ਸੰਗਤ ਜੀ, ਇਹਨਾਂ ਤਿੰਨਾਂ ਸਾਖੀਆਂ ਤੋਂ ਸਾਨੂੰ ਵਕਤਾ ਤੇ ਸਰੋਤਾ ਦੀ ਹਾਲਤ ਅਤੇ ਅਵਸਥਾ ਮਾਲੂਮ ਹੁੰਦੀ ਹੈ। ਸਾਨੂੰ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਸਿੱਖਿਆ ਮਿਲਦੀ ਹੈ। ਸਰੋਤੇ ਦੀ ਗੱਲ ਕਰੀਏ ਤਾਂ ਭਾਈ ਭੂਮੀਏ ਦੀ ਸਾਖੀ ਤੋਂ ਪਤਾ ਚੱਲਦਾ ਕਿ ਇਸ ਤਰ੍ਹਾਂ ਦਾ ਸਰੋਤਾ ਹੋਵੇ ਜੋ ਸੰਗਤ ਵਿੱਚ ਸੁਣੇ ਬਚਨਾਂ ਨੂੰ ਆਪਣੇ ਉੱਪਰ ਹੰਢਾਵੇ ਅਤੇ ਹੋਰਨਾਂ ਨੂੰ ਵੀ ਆਪਣੇ ਵਰਗਾ ਬਣਾਵੇ। ਇਸ ਸਾਖੀ ਵਿੱਚ ਸਰੋਤਾ ਰੂਪ ਵੀ ਭਾਈ ਭੂਮੀਆ ਹੀ ਹੈ। ਜਿਸ ਨੇ ਗੁਰੂ ਜੀ ਦੀ ਸੰਗਤ ਵਿੱਚ ਸੁਣੇ ਬਚਨਾਂ ਨੂੰ ਆਪਣੇ ਉੱਪਰ ਹੰਢਾਇਆ। ਸੋ ਸਰੋਤਾ ਇਹੋ ਜਿਹਾ ਹੋਣਾ ਚਾਹੀਦਾ। ਇਸੇ ਸਾਖੀ ਵਿੱਚ ਵਕਤਾ ਰੂਪ ਵੀ ਭਾਈ ਭੂਮੀਆ ਹੀ ਹੈ, ਜਿਸ ਨੇ ਆਪਣੇ ਚੰਗੇ ਵਿਵਹਾਰ ਅਤੇ ਮਿੱਠੇ ਬੋਲਾਂ ਨਾਲ ਰਾਜੇ ਦਾ ਜੀਵਨ ਬਦਲ ਦਿੱਤਾ। ਐਸਾ ਵਕਤਾ ਵੀ ਐਸਾ ਹੀ ਹੋਵੇ। ਸੋ ਵਕਤਾ ਵੀ ਇਹੋ ਜਿਹਾ ਹੋਵੇ ਜੋ ਲੱਖਾਂ ਨੂੰ ਆਪਣੇ ਵਰਗਾ ਬਣਾ ਲਵੇ। ਸੋ ਇਸ ਸਾਖੀ ਦੇ ਵਿੱਚ ਭੂਮੀਆਂ ਹੀ ਸਰੋਤਾ ਹਨ ਤੇ ਭੂਮੀਆਂ ਹੀ ਵਕਤਾ ਹਨ। ਸੋ ਅਗਲੀ ਸਾਖੀ ਜਿਹੜੀ ਸੁਣੀ ਸੀ ਆਪਾਂ, ਬਘਿਆੜ ਵਾਲੀ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਤਿਪੁਰਸ਼ਾਂ ਦੇ ਬਚਨਾਂ ਨੂੰ ਜਾਂ ਨਾਮ ਅਭਿਆਸੀਆਂ ਦੀ ਕਮਾਈ ਕਰਨ ਵਾਲਿਆਂ ਦੇ ਬਚਨਾਂ ਨੂੰ ਜਾਂ ਉੱਚੇ ਕਿਰਦਾਰ ਵਾਲੇ ਪ੍ਰਚਾਰਕਾਂ ਦੇ ਬਚਨਾਂ ਨੂੰ ਸੰਗਤ ਵਿੱਚ ਜਾ ਕੇ ਅਸੀਂ ਅਚਾਨਕ ਵੀ ਸੁਣ ਲਈਏ ਤਾਂ ਸਾਡੇ ਜੀਵਨ ਵਿੱਚ ਇੱਕਦਮ ਤਬਦੀਲੀ ਆ ਜਾਂਦੀ ਹੈ। ਭਾਈ ਸੁਥਰੇ ਵਾਲੀ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਸੰਗਤ ਵਿੱਚ ਬੈਠਿਆਂ ਹੋਇਆਂ ਵੀ ਸਾਡੇ ਮਨ ਵਿੱਚ ਵਿਕਾਰ ਚੱਲਦੇ ਰਹਿੰਦੇ ਹਨ ਅਤੇ ਮਨ ਦਾ ਠਹਿਰਾਓ ਨਹੀਂ ਬਣਦਾ, ਤਾਂ ਭਾਵੇਂ ਕਿੰਨੀ ਵੀ ਕਮਾਈ ਵਾਲਾ ਸਤਿਪੁਰਸ਼ ਕਥਾ ਵਾਰਤਾ ਕਰਦਾ ਹੋਵੇ, ਸਾਡੇ ਉੱਤੇ ਭੋਰਾ ਭਰ ਵੀ ਅਸਰ ਨਹੀਂ ਪੈਣਾ, ਨਾ ਹੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਆਉਣੀ ਆ। ਅਸੀਂ ਜਿਹੋ ਜਿਹੇ ਹੁੰਦੇ ਹਾਂ ਉਹ ਜਿਹੇ ਹੀ ਰਹਿ ਜਾਂਦੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ,
ਇਸ ਵਾਰਤਾ ਦੇ ਵਿੱਚ ਅਸੀਂ ਇਸ ਚੈਪਟਰ ਦੇ ਵਿੱਚ ਅਸੀਂ ਸਰੋਤਾ ਤੇ ਵਕਤਾ ਦੇ 14 ਗੁਣ ਸਰਵਣ ਕੀਤੇ ਹਨ ਕਿ ਪ੍ਰਚਾਰਕ, ਵਕਤਾ, ਕਥਾਵਾਚਕ ਦੇ ਵਿੱਚ 14 ਗੁਣ ਕਿਹੋ ਜਿਹੇ ਹੋਣੇ ਚਾਹੀਦੇ, ਪ੍ਰਚਾਰਕ ਕਿਹੋ ਜਿਹਾ ਹੋਣਾ ਚਾਹੀਦਾ। ਇਸ ਵਿੱਚ ਅਸੀਂ ਸਰੋਤੇ ਦੇ ਵੀ 14 ਗੁਣ ਸਰਵਣ ਕੀਤੇ ਹੈ ਕਿ ਸੁਣਨ ਵਾਲਾ ਸਤਸੰਗੀ ਕਿਹੋ ਜਿਹਾ ਹੋਣਾ ਚਾਹੀਦਾ, ਉਹਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ। ਸੋ ਉਮੀਦ ਹੈ ਕਿ ਸਾਰੀਆਂ ਸੰਗਤਾਂ ਨੂੰ ਇਹ ਵਿਚਾਰ ਚੰਗੀ ਲੱਗੇ ਅਤੇ ਇਸ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।